ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਗੁਰਬਾਣੀ ਕੀਰਤਨ ਬੜੇ ਪਿਆਰ ਨਾਲ ਸੁਣ ਰਹੇ ਸੀ। ਆਓ ਹੁਣ ਆਪਣੀਆਂ ਮਨੋਬਿਰਤੀਆਂ ਅੱਜ ਦੀ ਵਿਚਾਰਧਾਰਾ ਨਾਲ ਜੋੜਨ ਦਾ ਯਤਨ ਕਰੀਏ। ਜਿਵੇਂ ਆਪ ਜੀ ਨੂੰ ਪਤਾ ਹੀ ਹੋਏਗਾ ਕਿ ਅੱਜ ਫਾਦਰਸ ਡੇ ਹੈ। ਅਸੀਂ ਸਾਰੇ ਪਿਤਾ ਸਾਹਿਬਾਨ ਉਹਨਾਂ ਨੂੰ ਇਸ ਦਿਨ 'ਤੇ ਮੁਬਾਰਕਬਾਦ ਦਿੰਦੇ ਹਾਂ। ਇਹਦੇ ਨਾਲ ਇੱਕ ਦੋ ਬਚਨ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗਾ ਇਸੇ ਹੀ ਸੰਬੰਧ ਵਿੱਚ। ਸਾਲ ਵਿੱਚ ਅਸੀਂ ਇੱਕ ਦਿਨ ਰੱਖਿਆ ਹੈ ਆਪਣੀ ਮਾਤਾ ਦੇ ਸਤਿਕਾਰ ਵਜੋਂ, ਤੇ ਇੱਕ ਦਿਨ ਰੱਖਿਆ ਹੈ ਆਪਣੇ ਪਿਤਾ ਲਈ ਕਿ ਉਹਨਾਂ ਨੂੰ ਅਸੀਂ ਯਾਦ ਕਰ ਸਕੀਏ, ਉਹਨਾਂ ਨੂੰ ਕੋਈ ਗਿਫਟ ਵਗੈਰਾ ਦੇ ਸਕੀਏ, ਉਹਨਾਂ ਨੂੰ ਮਿਲ ਕੇ ਉਹਨਾਂ ਨਾਲ ਦੁੱਖ ਸੁੱਖ ਸਾਂਝਾ ਕਰ ਸਕੀਏ। ਸਾਲ ਵਿੱਚ ਇੱਕ ਦਿਨ ਰੱਖਿਆ, ਪਰ ਕਦੀ ਆਪਾਂ ਇਸ ਤਰ੍ਹਾਂ ਸੋਚਿਆ ਕਿ ਜਿਨ੍ਹਾਂ ਬਜ਼ੁਰਗਾਂ ਵਾਸਤੇ ਅਸੀਂ ਸਾਲ ਵਿੱਚ ਇੱਕ ਦਿਨ ਰਾਖਵਾਂ ਰੱਖਿਆ ਹੈ, ਉਹਨਾਂ ਨੇ ਸਾਨੂੰ ਇਹ ਪੂਰੀ ਜ਼ਿੰਦਗੀ ਦਿੱਤੀ ਹੈ, ਤੇ ਉਸ ਜ਼ਿੰਦਗੀ ਦੇ ਮੁਕਾਬਲੇ ਅਸੀਂ ਉਹਨਾਂ ਨੂੰ ਸਾਲ ਵਿੱਚ ਇੱਕ ਦਿਨ ਦਿੰਦੇ ਹਾਂ। ਕੀ ਮੁਕਾਬਲਾ ਹੈ? ਸਾਨੂੰ ਤੇ ਆਪਣੇ ਬਜ਼ੁਰਗਾਂ ਲਈ ਹਰ ਪਲ ਹਰ ਛਿਨ ਉਹਨਾਂ ਦੇ ਧੰਨਵਾਦੀ ਹੋਣਾ ਚਾਹੀਦਾ ਹੈ, ਜਿਨ੍ਹਾਂ ਦੇ ਰਾਹੀਂ ਅਸੀਂ ਇਸ ਸੰਸਾਰ ਵਿੱਚ ਆਏ ਹਾਂ। ਤੇ ਇਸ ਸੰਸਾਰ ਵਿੱਚ ਆ ਕੇ ਅਸੀਂ ਕੁਝ ਚੰਗਾ ਕਰਕੇ ਤੇ ਆਪਣੇ ਇਸ ਜਨਮ ਮਰਨ ਦੇ ਗੇੜ ਨੂੰ ਖਤਮ ਕਰ ਸਕਦੇ ਹਾਂ। ਮਾਂ ਦੇ ਸੰਬੰਧ ਵਿੱਚ ਬਹੁਤ ਕੁਝ ਲਿਖਿਆ ਮਿਲਦਾ ਹੈ, ਬੜੀਆਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ, ਬੜੇ ਲੇਖ ਲਿਖੇ ਜਾ ਚੁੱਕੇ ਨੇ, ਬੜੀਆਂ ਕਵਿਤਾਵਾਂ ਲਿਖੀਆਂ ਹੋਈਆਂ ਮਿਲਦੀਆਂ ਨੇ, ਪਰ ਇਹ ਸਭ ਕੁਝ ਪਿਤਾ ਦੇ ਸੰਬੰਧ ਵਿੱਚ ਨਹੀਂ ਮਿਲਦਾ ਹੈ, ਲੇਕਿਨ ਬਹੁਤ ਥੋੜਾ। ਜਦੋਂ ਕਿ ਮੇਰੀ ਨਿਗਾਹ ਵਿੱਚ ਮਾਤਾ ਤੇ ਪਿਤਾ ਦਾ ਜੋ ਰੋਲ ਹੈ ਸਾਡੀ ਜ਼ਿੰਦਗੀ ਵਿੱਚ, ਉਹ ਇੱਕੋ ਜਿਹਾ, ਕੋਈ ਫਰਕ ਨਹੀਂ ਜਾਪਦਾ। ਸੋ ਸਾਨੂੰ ਆਪਣੇ ਬਜ਼ੁਰਗਾਂ ਦਾ ਹਮੇਸ਼ਾ ਹੀ ਸਤਿਕਾਰ ਕਰਨਾ ਚਾਹੀਦਾ ਹੈ। ਉਹਨਾਂ ਦੇ ਦੁੱਖ ਸੁੱਖ ਵਿੱਚ ਉਹਨਾਂ ਦੇ ਨਾਲ ਹਰ ਵਕਤ ਖਲੋਣਾ ਚਾਹੀਦਾ ਹੈ, ਕੇਵਲ ਸਾਲ ਵਿੱਚ ਇੱਕ ਦਿਨ ਹੀ ਨਹੀਂ। ਜਦੋਂ ਆਪਾਂ ਪਿਤਾ ਦੀ ਗੱਲ ਕਰਦੇ ਹਾਂ ਤੇ ਸੰਸਾਰ ਵਿੱਚ ਬੜੇ ਇਹੋ ਜਿਹੇ ਪਿਤਾ ਆਪਾਂ ਨੂੰ ਮਿਲਦੇ ਨੇ ਜਿਹੜੇ ਕੇਵਲ ਆਪਣੀ ਔਲਾਦ ਵਾਸਤੇ, ਆਪਣੇ ਬੱਚਿਆਂ ਵਾਸਤੇ ਆਪਣੀ ਪੂਰੀ ਜ਼ਿੰਦਗੀ ਲਗਾਉਂਦੇ ਨੇ। ਜੋ ਕੁਝ ਜ਼ਿੰਦਗੀ ਵਿੱਚ ਖੱਟਿਆ ਕਮਾਇਆ ਹੁੰਦਾ ਹੈ, ਅਖੀਰ ਸਭ ਕੁਝ ਆਪਣੇ ਬੱਚਿਆਂ ਦੇ ਹਵਾਲੇ ਕਰਕੇ ਤੇ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਜਾਂਦੇ ਨੇ। ਪਰ ਇਸ ਦੁਨੀਆ ਵਿੱਚ ਇੱਕ ਪਿਤਾ ਇਹੋ ਜਿਹਾ ਵੀ ਹੋਇਆ ਹੈ ਜਿਸ ਨੇ ਆਪਣਾ ਸਭ ਕੁਝ ਹੀ ਦੂਜਿਆਂ ਵਾਸਤੇ ਕੁਰਬਾਨ ਕੀਤਾ ਹੈ। ਇੱਕ ਵੀ ਚੀਜ਼ ਆਪਣੇ ਕੋਲ ਨਹੀਂ ਰੱਖੀ ਤੇ ਆਪਣੇ ਲਈ ਨਹੀਂ ਵਰਤੀ, ਸਭ ਕੁਝ ਹੀ ਦੂਜਿਆਂ ਵਾਸਤੇ। ਤੁਸੀਂ ਸਮਝ ਗਏ ਹੋਵੋਗੇ ਜਿਨ੍ਹਾਂ ਨੂੰ ਆਪਾਂ ਸਰਬੰਸਦਾਨੀ ਸਤਿਗੁਰੂ ਆਖਦੇ ਹਾਂ, ਜਿਨ੍ਹਾਂ ਨੇ ਆਪਣੇ ਪਿਤਾ ਜੀ ਨੂੰ ਦੂਜਿਆਂ ਦੀ ਭਲਾਈ ਵਾਸਤੇ
ਦਿੱਲੀ ਵੱਲੇ ਸ਼ਹੀਦ ਹੋਣ ਲਈ ਤੋਰਿਆ ਸੀ, ਜਿਨ੍ਹਾਂ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਸ਼ਹਾਦਤਾਂ ਦੇ ਮੂੰਹ ਵਿੱਚ ਤੋਰ ਦਿੱਤਾ। ਨਜ਼ਰ ਆ ਰਿਹਾ ਸੀ ਕਿ ਸਾਹਮਣੇ ਹੋਣੀ ਦਿਸ ਰਹੀ ਏ, ਮੌਤ ਆਵਾਜ਼ਾਂ ਮਾਰ ਰਹੀ ਏ, ਫਿਰ ਵੀ ਉਹਨਾਂ ਬੱਚਿਆਂ ਨੂੰ ਮੌਤ ਦੇ ਮੂੰਹ ਵੱਲੇ ਤੋਰਨ ਤੋਂ ਗੁਰੇਜ਼ ਨਾ ਕੀਤਾ ਕਿ ਮੇਰੇ ਦੇਸ਼ ਦੇ ਲੋਕ ਜਿਸ ਜ਼ੁਲਮ ਤੇ ਸਿਤਮ ਦੇ ਵਿੱਚੋਂ ਗੁਜ਼ਰ ਰਹੇ ਨੇ ਉਹ ਇਹਦੇ ਵਿੱਚੋਂ ਬਚ ਕੇ ਨਿਕਲ ਸਕਣ। ਸੋ ਇਹੋ ਜਿਹੇ ਪਿਤਾ ਵੀ ਸੰਸਾਰ ਵਿੱਚ ਵਿਰਲੇ ਵਿਰਲੇ ਮਿਲਦੇ ਨੇ, ਜਿਹੜੇ ਕੇਵਲ ਆਪਣੀ ਔਲਾਦ ਲਈ ਨਹੀਂ ਸਗੋਂ ਸਰਬੱਤ ਦੇ ਭਲੇ ਲਈ ਆਪਣਾ ਸਭ ਕੁਝ ਕੁਰਬਾਨ ਕਰ ਜਾਂਦੇ ਨੇ। ਇਹੋ ਜਿਹੇ ਪਿਤਾ ਨੂੰ ਤੇ ਬਾਰ-ਬਾਰ ਨਮਸਕਾਰ ਹੈ। ਸੋ ਭਾਈ, ਤੁਹਾਨੂੰ ਸਾਰਿਆਂ ਨੂੰ ਪਿਤਾ ਦਾ ਦਿਨ ਮੁਬਾਰਕ ਹੋਵੇ। ਆਪਾਂ ਆਪਣੇ ਬਜ਼ੁਰਗਾਂ ਵਾਲਾ ਹੀ ਫਰਜ਼ ਨਿਭਾਈਏ ਤੇ ਬੱਚਿਆਂ ਨੂੰ ਚਾਹੀਦਾ ਹੈ ਉਹ ਆਪਣੇ ਬੱਚਿਆਂ ਵਾਲੇ ਫਰਜ਼ ਜੋ ਉਹਨਾਂ ਦੇ ਮਾਤਾ ਪਿਤਾ ਦੇ ਸੰਬੰਧ ਵਿੱਚ ਬਣਦੇ ਨੇ, ਉਹਨਾਂ ਨੂੰ ਉਹ ਵੀ ਜ਼ਰੂਰ ਨਿਭਾਉਣ। ਕੇਵਲ ਇੱਕ ਦਿਨ ਹੀ ਨਹੀਂ, ਸਦਾ ਹੀ ਮਾਂ ਪਿਓ ਦੇ ਨਾਲ ਉਹਨਾਂ ਦੇ ਦੁੱਖ ਸੁੱਖ ਵਿੱਚ ਉਹਨਾਂ ਦੇ ਸਾਨੂੰ ਸਾਥੀ ਬਣਨਾ ਚਾਹੀਦਾ ਹੈ। ਸੋ ਆਓ ਅੱਜ ਦੀ ਵਿਚਾਰ ਆਪਾਂ ਸ਼ੁਰੂ ਕਰਦੇ ਹਾਂ। ਪਿਛਲੀ ਕਥਾ ਵਿੱਚ ਆਪਾਂ ਗੱਲ ਕਰ ਰਹੇ ਸਾਂ ਸੁਪਨੇ ਦੀ, ਤੇ ਸੁਪਨੇ ਦੇ ਦੋ ਪਹਿਲੂ ਹਨ। ਇੱਕ, ਦੁਨੀਆ ਦੇ ਲੋਕ ਆਖਦੇ ਨੇ ਕਿ ਸੁਪਨਾ ਝੂਠਾ ਹੁੰਦਾ ਹੈ, ਇਹਦੇ ਵਿੱਚ ਕੋਈ ਸੱਚਾਈ ਨਹੀਂ। ਪਰ ਮੈਂ ਤੁਹਾਡੇ ਨਾਲ ਇਹਦਾ ਦੂਜਾ ਪਾਸਾ ਸਾਂਝਾ ਕੀਤਾ ਸੀ ਕਿ ਸੁਪਨਾ ਕੇਵਲ ਝੂਠਾ ਹੀ ਨਹੀਂ ਹੁੰਦਾ, ਇਹਦੇ ਵਿੱਚ ਕੁਝ ਸੱਚਾਈ ਵੀ ਹੈ। ਤੇ ਮੈਂ ਸਮਝਦਾ ਸਾਂ ਕਿ ਜਦੋਂ ਮੈਂ ਇਹ ਕਥਾ ਕਰ ਲਵਾਂਗਾ, ਦੀਵਾਨ ਸਮਾਪਤ ਹੋਏਗਾ ਤੇ ਬਹੁਤ ਸਾਰੇ ਸਵਾਲ ਮੇਰੇ ਤੇ ਕੀਤੇ ਜਾਣਗੇ, ਪਰ ਤੁਸੀਂ ਬੜੇ ਸਿਆਣੇ ਜੇ, ਤੁਹਾਨੂੰ ਪਤਾ ਹੈ ਕਿ ਇਹਦੇ ਕੋਲ ਸਵਾਲਾਂ ਦਾ ਜਵਾਬ ਨਹੀਂ ਤੇ ਤੁਸੀਂ ਕੋਈ ਸਵਾਲ ਕਰਦੇ ਹੀ ਨਹੀਂ। ਮੈਂ ਤੁਹਾਡਾ ਧੰਨਵਾਦ ਵੀ ਕਰਦਾ, ਪਰ ਮੈਂ ਇੱਕ ਗੱਲ ਆਖਣਾ ਚਾਹਾਂਗਾ ਕਿ ਜਿੰਨਾ ਚਿਰ ਆਪਾਂ ਨਾ ਸਵਾਲ ਨਹੀਂ ਕਰਦੇ ਜਾਂ ਸਾਡੇ ਮਨ ਵਿੱਚ ਸਵਾਲ ਪੈਦਾ ਨਹੀਂ ਹੁੰਦੇ, ਉਨਾ ਚਿਰ ਆਪਾਂ ਅੱਗੇ ਨਹੀਂ ਤੁਰ ਸਕਦੇ। ਇਹ ਪੱਕੀ ਗੱਲ ਹੈ। ਕਿਸੇ ਵੀ ਸਬਜੈਕਟ ਨੂੰ ਬੱਚਾ ਪੜ੍ਹਦਾ ਹੋਵੇ ਸਕੂਲ ਵਿੱਚ, ਤੇ ਜੇ ਉਹਦੇ ਸੰਬੰਧ ਵਿੱਚ ਉਹਦੇ ਮਨ ਵਿੱਚ ਸਵਾਲ ਹੀ ਪੈਦਾ ਨਾ ਹੁੰਦੇ ਹੋਣ ਤੇ ਉਹ ਬੱਚਾ ਆਪਣੇ ਟੀਚਰ ਨੂੰ ਕਦੀ ਕੁਝ ਵੀ ਨਹੀਂ ਪੁੱਛ ਪਾਏਗਾ ਤੇ ਅੱਗੇ ਵੀ ਨਹੀਂ ਵਧੇਗਾ, ਉੱਥੇ ਹੀ ਰੁਕਿਆ ਰਹੇਗਾ। ਸੋ ਆਪਾਂ ਨੂੰ ਜੀ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਆਪਾਂ ਕੁਝ ਵੀ ਸੁਣੀਏ, ਆਪਾਂ ਉਹਦੇ ਤੇ ਆਪਣੇ ਅੰਦਰ ਝਾਤੀ ਮਾਰੀਏ, ਉਹਦੇ ਤੇ ਸਵਾਲ ਸਾਡੇ ਅੰਦਰ ਪੈਦਾ ਹੋਣੇ ਚਾਹੀਦੇ ਨੇ। ਫਿਰ ਉਹਨਾਂ ਸਵਾਲਾਂ ਦੇ ਸਮਾਧਾਨ ਲਈ ਸਾਨੂੰ ਸਿਆਣੇ ਬਜ਼ੁਰਗਾਂ ਕੋਲ ਬੈਠਣਾ ਚਾਹੀਦਾ ਹੈ, ਤਾਂ ਜੋ ਸਾਡੇ ਸਵਾਲਾਂ ਦੇ ਜਵਾਬ ਸਾਨੂੰ ਮਿਲਣ ਤੇ ਅਸੀਂ ਉਸ ਜਗ੍ਹਾ ਤੋਂ ਅੱਗੇ ਮੂਵ ਹੋਈਏ। ਸੋ ਇਹ ਬੜਾ ਹੀ ਜ਼ਰੂਰੀ ਹੁੰਦਾ ਹੈ ਸਵਾਲ ਅੰਦਰ ਸਾਡੇ ਪੈਦਾ ਹੋਣ। ਚਲੋ ਆਪਾਂ ਗੱਲ ਕਰਦੇ ਹਾਂ। ਕਬੀਰ ਸਾਹਿਬ ਜੀ ਨੇ ਬਾਣੀ ਵਿੱਚ ਬਚਨ ਲਿਖਿਆ ਹੈ, ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨੰ। ਆਪਾਂ ਆਖਦੇ ਹਾਂ ਇਹ ਜ਼ਿੰਦਗੀ ਇੱਕ ਸੁਪਨਾ ਹੈ, ਲੇਕਿਨ ਭਗਤ ਜੀ ਆਖਦੇ ਨੇ ਸੁਪਨਾ ਨਹੀਂ ਹੈ ਜ਼ਿੰਦਗੀ, ਇਹ ਜ਼ਿੰਦਗੀ ਸੁਪਨੇ ਵਰਗੀ ਹੈ। ਹੁਣ ਪਤਾ ਨਹੀਂ ਤੁਸੀਂ ਇਸ ਗੱਲ ਦਾ ਨਖੇੜਾ ਮਨ ਵਿੱਚ ਕਰ ਪਾਓ ਕਿ ਨਾ, ਕਿ ਜ਼ਿੰਦਗੀ ਸੁਪਨਾ ਹੈ ਤੇ ਜ਼ਿੰਦਗੀ ਸੁਪਨੇ ਵਰਗੀ ਹੈ, ਇਹਦੇ ਵਿੱਚ ਕੋਈ ਫਰਕ ਨਜ਼ਰ ਆਉਂਦਾ ਹੈ ਤੁਹਾਨੂੰ ਕਿ ਨਹੀਂ? ਆਉਣਾ ਤੇ ਚਾਹੀਦਾ ਹੈ। ਜ਼ਿੰਦਗੀ ਇੱਕ ਹਕੀਕਤ ਹੈ, ਇੱਕ ਸੱਚਾਈ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਾਂ ਨੂੰ ਇਹ ਗੱਲ ਸਮਝਾਈ ਹੈ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ।
ਇਹ ਜੋ ਕੁਝ ਆਪਾਂ ਵੇਖਦੇ ਹਾਂ ਕੇਵਲ ਸੁਪਨਾ ਨਹੀਂ, ਇਹ ਹਕੀਕਤ ਹੈ, ਇਹ ਸਚਾਈ ਵੀ ਹੈ। ਪਰ ਇਹ ਸਚਾਈ ਸਦਾ ਲਈ ਨਹੀਂ, ਇਹ ਹੈ ਸੁਪਨੇ ਜੈਸਾ। ਸੁਪਨਾ ਸਦਾ ਨਹੀਂ ਰਹਿੰਦਾ। ਸੁਪਨਾ ਓਨਾ ਚਿਰ ਹੁੰਦਾ ਜਿੰਨਾ ਚਿਰ ਅਸੀਂ ਨੀਂਦ ਵਿੱਚ ਹਾਂ ਤੇ ਉਹ ਸੁਪਨਾ ਚੱਲ ਰਿਹਾ, ਅਸੀਂ ਵੇਖ ਰਹੇ ਹਾਂ, ਓਨਾ ਚਿਰ ਉਹ ਸੱਚ ਹੈ। ਜਿਵੇਂ ਜਾਗ ਆਏਗੀ ਸੁਪਨਾ ਖਤਮ ਹੋ ਜਾਏਗਾ ਤੇ ਸਾਨੂੰ ਲੱਗੇਗਾ ਸੁਪਨਾ ਝੂਠਾ ਸੀ। ਜ਼ਿੰਦਗੀ ਸੁਪਨੇ ਵਰਗੀ ਹੈ। ਜਿੰਨਾ ਚਿਰ ਜੀ ਰਹੇ ਹਾਂ ਦੁਨੀਆ ਵਿੱਚ, ਅਸੀਂ ਹਿਲਜੁਲ ਕਰਦੇ ਹਾਂ, ਓਨਾ ਚਿਰ ਅਸੀਂ ਇਹ ਜ਼ਿੰਦਗੀ ਰੂਪ ਸੁਪਨਾ ਵੇਖ ਰਹੇ ਹਾਂ ਤੇ ਇਹ ਓਨਾ ਚਿਰ ਸਚਾਈ ਰਹੇਗੀ ਜਿੰਨਾ ਚਿਰ ਸਾਡੀਆਂ ਸਦਾ ਲਈ ਅੱਖਾਂ ਬੰਦ ਨਹੀਂ ਹੁੰਦੀਆਂ। ਓਨਾ ਚਿਰ ਤੱਕ ਇਹ ਜੀਵਨ ਸਾਡਾ ਸੱਚਾ ਹੈ। ਇਸ ਲਈ ਆਖਿਆ ਜੀਵਨ ਸੁਪਨ ਸਮਾਨ, ਸੁਪਨੇ ਵਰਗਾ ਹੈ, ਕਿਉਂਕਿ ਸਦਾ ਨਹੀਂ ਰਹਿਣ ਵਾਲਾ। ਲੇਕਿਨ ਜਿੰਨਾ ਚਿਰ ਹੈ ਓਨਾ ਚਿਰ ਇੱਕ ਸਚਾਈ ਹੈ। ਅੱਗੇ ਭਗਤ ਜੀ ਨੇ ਆਖਿਆ ਸਾਚ ਕਰ ਹਮ ਗਾਂਠ ਦੀਨੀ। ਜਿਹੜੀ ਸਾਡੀ ਵਿਡੰਬਨਾ ਹੈ ਉਹ ਇਹ ਹੈ ਜਿਹੜੀ ਆ ਹੁਣ ਬਿਆਨ ਕੀਤੀ ਜਾ ਰਹੀ ਹੈ। ਅਸੀਂ ਇਸ ਸੁਪਨੇ ਵਰਗੇ ਜੀਵਨ ਨੂੰ ਸੱਚ ਕਰਕੇ ਘੁੱਟ ਕੇ ਇਹਨੂੰ ਫੜਿਆ ਹੋਇਆ, ਗੱਠ ਪਾਈ ਹੋਈ ਹੈ। ਅਸੀਂ ਕਦੀ ਇਹ ਸੋਚਦੇ ਨਹੀਂ ਹਾਂ ਕਿ ਇਹ ਮੇਰਾ ਜੀਵਨ ਹੈ ਤਾਂ ਸੱਚ, ਪਰ ਇੱਕ ਸੁਪਨੇ ਵਰਗਾ ਹੈ। ਇਹ ਸੁਪਨਾ ਇੱਕ ਦਿਨ ਟੁੱਟ ਜਾਣਾ ਹੈ ਤੇ ਮੈਂ ਇਸ ਨੂੰ ਪਕੜਿਆ ਕਿਉਂ ਹੋਇਆ ਹੈ? ਮੈਨੂੰ ਢਿੱਲ ਦੇਣੀ ਚਾਹੀਦੀ ਹੈ। ਭਗਤ ਜੀ ਨੇ ਆਖਿਆ ਸੀ ਇਸ ਨੂੰ ਇਸ ਤਰ੍ਹਾਂ ਘੁੱਟ ਕੇ ਪਕੜਿਆ ਤੇ ਛੋੜ ਪਰਮ ਨਿਧਾਨੰ, ਜਿਹੜਾ ਸਭ ਤੋਂ ਵੱਡਾ ਸੁੱਖਾਂ ਦਾ ਦਾਤਾ ਪਰਮੇਸ਼ਵਰ ਹੈ, ਉਸ ਨੂੰ ਛੱਡ ਕੇ ਤੇ ਸੁਪਨੇ ਵਰਗੀ ਜ਼ਿੰਦਗੀ ਦੇ ਨਾਲ ਅਸੀਂ ਜੱਫੀ ਪਾਈ ਹੋਈ ਹੈ। ਇਹ ਗੱਲ ਸਮਝਣ ਵਾਲੀ ਹੈ ਸਾਡੇ ਲਈ ਕਿ ਹੈ ਤੇ ਜੀਵਨ ਸੁਪਨੇ ਵਰਗਾ, ਪਰ ਅਸੀਂ ਇਸ ਨੂੰ ਸੁਪਨੇ ਵਰਗਾ ਜਾਣਦੇ ਨਹੀਂ ਹਾਂ। ਅਸੀਂ ਇਸ ਨੂੰ ਅਸਲੀਅਤ ਸਮਝ ਕੇ ਇਹਨੂੰ ਫੜ ਕੇ ਘੁੱਟ ਕੇ ਬੈਠੇ ਹੋਏ ਹਾਂ। ਬਸ ਇਸ ਕਰਕੇ ਸਾਨੂੰ ਮਹਾਂਪੁਰਸ਼ਾਂ ਨੇ, ਸਾਨੂੰ ਗਿਆਨਵਾਨ ਪੁਰਸ਼ਾਂ ਨੇ ਇਹ ਗੱਲ ਆਖੀ ਕਿ ਜੀਵਨ ਸੁਪਨਾ ਹੈ ਤੇ ਸੁਪਨਾ ਝੂਠਾ ਹੁੰਦਾ। ਇਸ ਕਰਕੇ ਆਖਿਆ ਕਿ ਅਸੀਂ ਜਾਗ ਪਈਏ ਤੇ ਜਿਵੇਂ ਅਸੀਂ ਰਾਤ ਦੀ ਨੀਂਦ ਵਿੱਚੋਂ ਜਦੋਂ ਜਾਗਦੇ ਹਾਂ ਸੁਪਨਾ ਟੁੱਟ ਜਾਂਦਾ ਹੈ, ਤੇ ਜੇ ਅਸੀਂ ਗਿਆਨ ਦੇ ਪ੍ਰਕਾਸ਼ ਵਿੱਚ ਜਾਗ ਪਈਏ ਤੇ ਸਾਡਾ ਇਹ ਜੀਵਨ ਵਾਲਾ ਸੁਪਨਾ ਵੀ ਟੁੱਟ ਜਾਏਗਾ ਤੇ ਸਾਨੂੰ ਮਹਿਸੂਸ ਹੋਣ ਲੱਗੇਗਾ ਕਿ ਇਹ ਜੀਵਨ ਸੁਪਨੇ ਵਰਗਾ ਹੈ, ਸੁਪਨਾ ਨਹੀਂ, ਸੁਪਨੇ ਵਰਗਾ ਹੈ। ਸੋ ਆਓ ਅੱਗੇ ਸਮਝਦੇ ਹਾਂ। ਅਸੀਂ ਸੁਪਨੇ ਦੀ ਗੱਲ ਪਿਛਲੀ ਵਾਰੀ ਕਾਫੀ ਕਰ ਚੁੱਕੇ ਹਾਂ ਕਿ ਜਿਹੜਾ ਸੁਪਨਾ ਹੁੰਦਾ ਹੈ ਇਹ ਜਾਗਰਤ, ਸੁਪਨ, ਸੁਖੋਪਤ ਤਿੰਨ ਅਵਸਥਾਵਾਂ ਦੇ ਵਿੱਚੋਂ ਪੈਦਾ ਹੁੰਦਾ ਹੈ। ਜਾਗਰਤ ਵਿੱਚ ਸਾਡੇ ਅੰਦਰ ਵਿਚਾਰ ਪੈਦਾ ਹੁੰਦੇ ਨੇ, ਅਸੀਂ ਕਰਮ ਕਮਾਉਂਦੇ ਹਾਂ। ਗਹਿਰੀ ਨੀਂਦ ਵਿੱਚ ਸਾਨੂੰ ਇਹ ਪਹਿਲੀਆਂ ਦੋਵੇਂ ਅਵਸਥਾਵਾਂ ਭੁੱਲ ਜਾਂਦੀਆਂ ਨੇ ਤੇ ਜਿਹੜੀ ਵਿਚਲੀ ਅਵਸਥਾ ਆਪਾਂ ਵੇਖੀ ਇਸ ਨਾ, ਮਨ ਦੀਆਂ ਤਿੰਨ ਅਵਸਥਾਵਾਂ, ਮਨ ਦੀ ਇੱਕ ਚੇਤਨ ਅਵਸਥਾ, ਇੱਕ ਅਵਚੇਤਨ ਅਵਸਥਾ ਤੇ ਇੱਕ ਜਿਹੜੀ ਆਪਾਂ ਵੇਖੀ ਸੀ ਅਰਧ ਚੇਤਨ ਅਵਸਥਾ। ਜਦੋਂ ਅਸੀਂ ਅਰਧ ਚੇਤਨ ਅਵਸਥਾ ਵਿੱਚ ਆਉਂਦੇ ਹਾਂ ਉਦੋਂ ਅਸੀਂ ਸੁਪਨੇ ਲੈਂਦੇ ਹਾਂ ਤੇ ਉਹ ਪਹਿਲੀਆਂ ਤਿੰਨ ਅਵਸਥਾਵਾਂ ਜਿਹੜੀਆਂ ਨੇ, ਨੀਂਦ ਵਾਲੀ, ਗਹਿਰੀ ਨੀਂਦ ਵਾਲੀ ਤੇ ਪਹਿਲੀ ਜਾਗਰਤ ਵਾਲੀ, ਉਹਦਾ ਕੋਈ ਵਿਚਕਾਰਲੀ ਜਗ੍ਹਾ ਹੈ ਜਿੱਥੇ ਅਸੀਂ ਸੁਪਨੇ ਵੇਖਦੇ ਹਾਂ। ਤੇ ਉਹਨਾਂ ਸੁਪਨਿਆਂ ਦੇ ਵਿੱਚ ਸਾਡੀ ਦਿਨ ਦੀ ਕਾਰਗੁਜ਼ਾਰੀ ਵੀ ਮੌਜੂਦ ਹੁੰਦੀ ਹੈ ਤੇ ਸਾਡੇ ਜਨਮਾਂ ਜਨਮਾਂ ਦੇ ਸੰਸਕਾਰ ਵੀ ਇਕੱਠੇ ਹੋਏ। ਅਸੀਂ ਉਹ ਕਿਤਾਬ ਖੋਲ੍ਹ ਕੇ ਸੁਪਨੇ ਵਿੱਚ ਸਾਨੂੰ ਸਾਡਾ ਮਨ ਵਿਖਾਉਂਦਾ ਰਹਿੰਦਾ ਹੈ। ਇਸ ਗੱਲ ਨੂੰ ਆਪਾਂ ਚੰਗੀ ਤਰ੍ਹਾਂ ਸਮਝਿਆ ਸੀ ਤੇ ਆਪਾਂ ਵੇਖਣਾ ਹੈ ਅੱਜ ਕਿ ਗੁਰੂ ਨਾਨਕ ਸਾਹਿਬ ਨੂੰ ਇੱਕ ਸੁਪਨਾ ਆਇਆ ਜਿਹੜਾ ਉਹਨਾਂ ਨੇ ਬਾਣੀ ਵਿੱਚ ਅੰਕਿਤ ਕੀਤਾ। ਉਹ ਕੀ ਹੈ? ਇਹ ਸੁਪਨੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਨੂੰ ਆਇਆ, ਇਹ ਸੁਪਨਾ ਆਪਾਂ ਵੇਖਾਂਗੇ ਤੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ।
ਸੁਪਨੇ ਸਾਨੂੰ ਉਹੋ ਜਿਹੇ ਆਉਂਦੇ ਨੇ ਜਿਹੋ ਜਿਹੇ ਅਸੀਂ ਕਰਮ ਕਰਦੇ ਹਾਂ, ਜਿਹੋ ਜਿਹੀ ਸਾਡੀ ਵਿਚਾਰਧਾਰਾ ਹੁੰਦੀ ਏ, ਜਿਹੋ ਜਿਹੇ ਲੋਕਾਂ ਨਾਲ ਅਸੀਂ ਬੈਠਦੇ ਹਾਂ, ਜਿਹੋ ਜਿਹਾ ਸਾਡਾ ਵਰਤੋਂ ਵਿਹਾਰ ਹੈ, ਉਹੋ ਜਿਹੇ ਸਾਨੂੰ ਸੁਪਨੇ ਆਉਂਦੇ ਨੇ। ਜਿਹੜੇ ਅਧਿਆਤਮਵਾਦੀ ਲੋਕ ਹੁੰਦੇ ਨੇ ਉਹਨਾਂ ਨੂੰ ਅਧਿਆਤਮਵਾਦ ਦੇ ਸੁਪਨੇ ਆਉਂਦੇ ਨੇ। ਕਿਉਂ ਆਉਂਦੇ ਨੇ? ਕਿਉਂਕਿ ਉਹਨਾਂ ਨੇ ਸਾਰਾ ਦਿਨ ਸੰਗਤ ਕੀਤੀ ਹੈ ਭਲਿਆਂ ਪੁਰਸ਼ਾਂ ਦੀ, ਪਰਮਾਤਮਾ ਦੀਆਂ ਗੱਲਾਂ ਕੀਤੀਆਂ ਨੇ, ਪਰਮਾਤਮਾ ਦੇ ਦਰਸ਼ਨਾਂ ਦੀ ਗੱਲ ਕੀਤੀ ਏ, ਬਹੁਤ ਕੁਝ ਉਹਨਾਂ ਨੇ ਪਰਮਾਤਮਾ ਬਾਰੇ ਆਖਿਆ ਅਤੇ ਸੁਣਿਆ ਸਾਰਾ ਦਿਨ। ਰਾਤ ਉਹਨਾਂ ਨੂੰ ਸੁਪਨੇ ਫਿਰ ਉਹੋ ਜਿਹੇ ਆਉਣਗੇ। ਜਦੋਂ ਅਸੀਂ ਸਾਰਾ ਦਿਨ ਗੱਲਾਂ ਕਰਦੇ ਰਹੀਏ ਕਿ ਰੱਬ ਹੁੰਦਾ ਏ, ਰੱਬ ਹੈ, ਉਹਦੇ ਦਰਸ਼ਨ ਹੁੰਦੇ ਨੇ, ਉਹਦੇ ਨਾਲ ਗੱਲਾਂ ਹੁੰਦੀਆਂ ਨੇ। ਆਪਾਂ ਪਿੱਛੇ ਜੇ ਨਾਮਦੇਵ ਜੀ ਦੀਆਂ ਗੱਲਾਂ ਵੇਖੀਆਂ ਸਨ ਨਾ, ਰੱਬ ਨਾਲ ਹੋਈਆਂ, ਉਹ ਗੱਲਾਂ ਵੀ ਕਰਦਾ ਜੇ। ਤੇ ਜਦੋਂ ਇਹੋ ਜਿਹੇ ਕਿਸੇ ਮਨੁੱਖ ਨੂੰ ਸੁਪਨਾ ਆਉਂਦਾ ਹੈ, ਉਹ ਫਿਰ ਸੁਪਨੇ ਵਿੱਚ ਰੱਬ ਨੂੰ ਆਪਣੇ ਕੋਲ ਆਇਆ ਮਹਿਸੂਸ ਕਰਦਾ ਹੈ। ਤੇ ਸੁਪਨੇ ਨੇ ਸਦਾ ਨਹੀਂ ਰਹਿਣਾ, ਇਹ ਵੀ ਆਪਾਂ ਸਮਝ ਲਿਆ। ਸੁਪਨਾ ਆਇਆ, ਸੁਪਨਾ ਚਲਾ ਗਿਆ। ਸੁਪਨੇ ਵਿੱਚ ਰੱਬ ਜੀ ਦੇ ਦਰਸ਼ਨ ਹੋਏ, ਅੱਖ ਖੁੱਲੀ ਤੇ ਰੱਬ ਜੀ ਵੀ ਅਲੋਪ ਹੋ ਗਏ। ਗੁਰੂ ਨਾਨਕ ਸਾਹਿਬ ਆਖਦੇ ਨੇ, ਸੁਪਨੇ ਆਇਆ ਭੀ ਗਿਆ। ਸੁਪਨੇ ਵਿੱਚ ਆਇਆ ਸੀ ਦਰਸ਼ਨ ਦੇਣ ਲਈ, ਦਰਸ਼ਨ ਦਿੱਤੇ ਉਹਨੇ, ਪਰ ਉਹ ਦਰਸ਼ਨ ਸਦਾ ਨਾ ਰਹੇ, ਉਹ ਚਲਾ ਗਿਆ। ਜਿਵੇਂ ਹੀ ਅੱਖ ਖੁੱਲੀ ਉੱਥੇ ਕੁਝ ਵੀ ਨਹੀਂ ਸੀ। ਅਗਲੀ ਗੱਲ ਸਮਝਣ ਵਾਲੀ ਹੈ, ਮੈਂ ਜਲ ਭਰਿਆ ਰੋਏ। ਸੁਪਨੇ ਵਿੱਚ ਦਰਸ਼ਨ ਦੇ ਕੇ ਉਹ ਚਲਾ ਗਿਆ, ਤੇ ਉਹਦੇ ਜਾਣ ਤੋਂ ਬਾਅਦ ਜਦੋਂ ਮੈਂ ਆਪਣੇ ਸੁਰਤ ਸੰਭਾਲੀ ਤੇ ਮੈਂ ਰੋਣ ਤੋਂ ਨਾ ਰਹਿ ਸਕਿਆ। ਇਹ ਹੈ ਜਗਿਆਸੂ ਦੀ ਵੈਰਾਗਮਈ ਦਸ਼ਾ। ਭਾਵੇਂ ਜਿਹੜੇ ਗੁਰੂ ਸਾਹਿਬ ਹੁੰਦੇ ਨੇ, ਸੋਚ ਪਾਏ ਦੇ ਮਹਾਂਪੁਰਸ਼ ਹੁੰਦੇ ਨੇ, ਉਹ ਸੁਪਨਿਆਂ ਤੋਂ, ਵਿਚਾਰਾਂ ਤੋਂ, ਫੁਰਨਿਆਂ ਤੋਂ ਮੁਕਤ ਹੁੰਦੇ ਨੇ। ਇਹ ਵੀ ਗੱਲ ਆਪਾਂ ਧਿਆਨ 'ਚ ਰੱਖਣੀ ਹੈ। ਮਹਾਂਪੁਰਸ਼ਾਂ ਨੂੰ, ਗੁਰੂ ਜਨਾਂ ਨੂੰ ਕੋਈ ਸੁਪਨੇ ਨਹੀਂ ਆਉਂਦੇ, ਕਿਉਂਕਿ ਉਹਨਾਂ ਦੇ ਫੁਰਨੇ ਹੀ ਮੁੱਕ ਗਏ ਹੁੰਦੇ ਨੇ। ਇਹ ਸੁਪਨੇ ਫੁਰਨਿਆਂ ਦੇ ਆਧਾਰ 'ਤੇ ਆਉਂਦੇ ਨੇ ਸਾਨੂੰ। ਲੇਕਿਨ ਮਹਾਂਪੁਰਸ਼ ਗੁਰੂ ਜਨ ਸਾਨੂੰ ਕੁਝ ਸਮਝਾਉਣਾ ਚਾਹੁੰਦੇ ਹੁੰਦੇ ਨੇ, ਤੇ ਉਹ ਸਾਨੂੰ ਸਮਝਾਉਣ ਵਾਸਤੇ ਗੱਲ ਆਪਣੇ ਤੇ ਲੈ ਕੇ ਕਰਦੇ ਹੁੰਦੇ ਨੇ। ਇਹ ਗੱਲ ਵੀ ਆਪਾਂ ਧਿਆਨ 'ਚ ਰੱਖਣੀ ਹੈ ਜ਼ਰੂਰ। ਗੁਰਬਾਣੀ ਵਿੱਚ ਜਿੰਨੇ ਵੀ ਬਚਨ ਗੁਰੂ ਸਾਹਿਬਾਨ ਨੇ ਕੀਤੇ ਨੇ, ਮੈਂ ਚੋਰ ਹਾਂ, ਮੈਂ ਠੱਗ ਹਾਂ, ਮੈਂ ਸੇਵਕ ਹਾਂ, ਮੈਂ ਅਣਜਾਣ ਹਾਂ, ਮੈਂ ਭੁੱਲਣਹਾਰ ਹਾਂ, ਗੁਰੂ ਇਹੋ ਜਿਹਾ ਨਹੀਂ ਹੁੰਦਾ। ਗੁਰੂ ਤੇ ਸਰਬ ਸ਼ਕਤੀਮਾਨ ਹੁੰਦਾ ਹੈ, ਗੁਰੂ ਤੇ ਸਰਬ ਕਲਾ ਸਮਰੱਥ ਹੁੰਦਾ ਹੈ। ਲੇਕਿਨ ਗੁਰੂ ਇਹੋ ਜਿਹੇ ਬਚਨ ਕਿਉਂ ਆਖਦਾ ਹੈ? ਸਾਨੂੰ ਸਮਝਾਉਣ ਲਈ ਕਿ ਅਸੀਂ ਇਹ ਸਮਝ ਲਈਏ ਕਿ ਇੰਨੇ ਉੱਚ ਪਾਏ ਦਾ ਵਿਅਕਤੀ ਵੀ ਕਹਿੰਦਾ ਮੈਂ ਭੁੱਲਣਹਾਰ ਹਾਂ, ਤੇ ਅਸੀਂ ਕਿੱਧਰ ਦੇ ਸਿਆਣੇ ਹੋ ਗਏ। ਅਸੀਂ ਵੀ ਭੁੱਲਣਹਾਰ ਹੀ ਹਾਂ। ਇਸ ਲਈ ਗੁਰੂ ਸਾਨੂੰ ਸਮਝਾਉਣ ਲਈ ਇਹੋ ਜਿਹੇ ਬਚਨ ਕਰਿਆ ਕਰਦੇ ਨੇ। ਗੁਰੂ ਹਰ ਵਕਤ 24 ਘੰਟੇ ਜਾਗਰਤ ਸੁਪਨ ਸੁਖੋਪਤ ਤੁਰਿਆ। ਉਹ ਤੇ ਰਹਿੰਦਾ ਹੀ ਤੁਰਿਆ ਅਵਸਥਾ ਵਿੱਚ। ਉਹਦੀਆਂ ਤੇ ਪਹਿਲਾਂ 3 ਸਟੇਜਸ ਖਤਮ ਹੋ ਚੁੱਕੀਆਂ ਹੁੰਦੀਆਂ ਨੇ, ਉਹਨੂੰ ਹੁਣ ਸੁਪਨੇ ਥੋੜ੍ਹੀ ਆਉਣੇ ਨੇ। ਪਰ ਕੁਝ ਸਾਨੂੰ ਸਮਝਾਉਣਾ ਹੈ ਕਿ ਇੱਕ ਵਿਰਾਗਮਈ ਦਸ਼ਾ ਹੁੰਦੀ ਏ, ਉਹ ਇਹੋ ਜਿਹੀ ਹੁੰਦੀ ਏ। ਪਹਿਲਾਂ ਰੱਬ ਦੇ ਪਿਆਰਿਆਂ ਨੂੰ, ਪਰਮਾਤਮਾ ਦੇ, ਜਿਨ੍ਹਾਂ ਨੂੰ ਦਰਸ਼ਨਾਂ ਦੀ ਤਾਂਘ ਹੁੰਦੀ ਏ, ਦਰਸ਼ਨਾਂ ਦੀ ਅਭਿਲਾਸ਼ਾ ਹੁੰਦੀ ਏ, ਉਹਨਾਂ ਨੂੰ ਸੁਪਨੇ ਵਿੱਚ ਹੀ ਉਹ ਦਰਸ਼ਨ ਦਿਆ ਕਰਦਾ ਹੈ। ਤੇ ਸੁਪਨਾ ਖੁੱਲ੍ਹਣ ਤੇ ਜਦੋਂ ਦਰਸ਼ਨ ਅਲੋਪ ਹੁੰਦੇ ਨੇ, ਫਿਰ ਜਗਿਆਸੂ ਤੋਂ ਰਿਹਾ ਨਹੀਂ ਜਾਂਦਾ। ਫਿਰ ਉਹਦੇ ਅੰਦਰ ਵੈਰਾਗ ਪੈਦਾ ਹੁੰਦਾ ਹੈ। ਉਸ ਵੈਰਾਗ ਦੀ ਗੱਲ ਇਸ ਪਹਿਲੀ ਪੰਕਤੀ ਵਿੱਚ ਕੀਤੀ ਏ, ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਸੁਪਨੇ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ। ਮੈਂ ਉੱਚੀ ਉੱਚੀ ਰੋਇਆ, ਮੇਰੀਆਂ ਅੱਖਾਂ 'ਚੋਂ ਪਾਣੀ ਬਹਿ ਤੁਰਿਆ। ਇਹ ਇੱਕ ਜਗਿਆਸੂ ਦੀ ਵੈਰਾਗਮਈ ਦਸ਼ਾ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਕੀਤਾ। ਫਿਰ ਅਗਲੀ ਗੱਲ ਆਖੀ, ਹੁਣ ਤੂੰ ਚਲਾ ਤੇ ਗਿਆ ਏ,
ਆਏ ਨਾ ਸਕਾਂ ਤੁਝ ਕਨ ਪਿਆਰੇ। हे ਮੇਰੇ ਪਿਆਰੇ ਪਰਮੇਸ਼ਵਰ, ਤੂੰ ਮੈਨੂੰ ਦਰਸ਼ਨ ਦੇ ਕੇ ਚਲਾ ਗਿਓ। ਹੁਣ ਤੇਰੇ ਦਰਸ਼ਨਾਂ ਤੋਂ ਬਿਨਾਂ ਮੇਰੇ ਤੋਂ ਰਿਹਾ ਨਹੀਂ ਜਾਂਦਾ ਤੇ ਮੇਰੀ ਇੱਕ ਮਜਬੂਰੀ ਏ, ਜਿੱਥੇ ਤੂੰ ਰਹਿਣਾ ਮੈਂ ਉੱਥੇ ਆ ਨਹੀਂ ਸਕਦਾ। ਭਾਵ ਉਹ ਬੜੀ ਉੱਚੀ ਆਤਮਿਕ ਅਵਸਥਾ, ਜਿਹਨੂੰ ਤੁਰੀਆ ਅਵਸਥਾ, ਚੌਥੀ ਅਵਸਥਾ ਗੁਰੂ ਸਾਹਿਬ ਨੇ ਬਾਣੀ ਵਿੱਚ ਬਿਆਨ ਕੀਤਾ ਹੈ, ਜਿਸ ਨੂੰ ਸੱਚਖੰਡ ਵਾਲੀ ਅਵਸਥਾ ਆਖਦੇ ਨੇ। ਗੁਰੂ ਨਾਨਕ ਸਾਹਿਬ ਨੇ ਜਿਸ ਅਵਸਥਾ ਨੂੰ ਆਖਿਆ ਸੱਚਖੰਡ ਵਸੈ ਨਿਰੰਕਾਰ। ਆਪਾਂ ਗੁਰਦੁਆਰਿਆਂ 'ਚ ਸੱਚਖੰਡ ਬਣਾ ਲੈਂਦੇ ਹਾਂ ਤੇ ਉੱਤੇ ਲਿਖ ਦਿੰਦੇ ਹਾਂ ਮੋਟੀਆਂ ਅੱਖਰਾਂ 'ਚ ਸੱਚਖੰਡ ਵਸੈ ਨਿਰੰਕਾਰ। ਇਹੋ ਜਿਹਾ ਕੋਈ ਸੱਚਖੰਡ ਨਹੀਂ ਜੇ ਹੁੰਦਾ। ਠੀਕ ਹੈ, ਅਸੀਂ ਗੁਰੂ ਮਹਾਰਾਜ ਨੂੰ ਆਦਰ ਦੇਣਾ, ਸਤਿਕਾਰ ਦੇਣਾ, ਪਰ ਸਮਝਣਾ ਚਾਹੀਦਾ ਵੀ ਸੱਚਖੰਡ ਹੈ ਕਿੱਥੇ ਆ ਤੇ ਅਸੀਂ ਲਿਖ ਕਿਹੜੀਆਂ ਕੰਧਾਂ ਤੇ ਰਹੇ ਹਾਂ। ਇਹ ਕਦੋਂ ਆਪਾਂ ਸਮਝਾਂਗੇ? ਸੱਚਖੰਡ ਕਿਸੇ ਕੋਠੇ ਦਾ ਨਾਂ ਨਹੀਂ ਹੁੰਦਾ, ਕਿਸੇ ਕਮਰੇ ਦਾ ਨਾਂ ਨਹੀਂ ਹੁੰਦਾ। ਸੱਚਖੰਡ ਇੱਕ ਉੱਚੀ ਆਤਮਿਕ ਅਵਸਥਾ ਹੈ, ਜਿੱਥੇ ਪਹੁੰਚਣ ਵਾਸਤੇ ਜਗਿਆਸੂ ਨੂੰ ਸਾਰੀ ਜ਼ਿੰਦਗੀ ਮਿਹਨਤ ਕਰਨੀ ਹੁੰਦੀ ਹੈ ਤੇ ਫਿਰ ਉਹਦੀ ਰਹਿਮਤ ਦੀ ਉਡੀਕ ਕਰਨੀ ਹੁੰਦੀ ਹੈ। ਆਪਾਂ ਗੁਰਬਾਣੀ 'ਚੋਂ ਇਹ ਵੀ ਸਮਝਿਆ ਹੋਇਆ ਕਿ ਉਹ ਆਪਣੀ ਮਿਹਨਤ ਨਾਲ ਕੋਈ ਨਹੀਂ ਜੇ ਮਿਲਦਾ। ਉਹ ਜਦੋਂ ਮਿਲਦਾ ਹੈ ਆਪਣੀ ਰਹਿਮਤ ਨਾਲ ਹੀ ਮਿਲਦਾ ਹੈ। ਮਿਹਨਤ ਬੜੀ ਕਰਨੀ ਹੈ, ਰਾਤ ਦਿਨ ਕਰਨੀ ਹੈ, ਲੇਕਿਨ ਆਸ ਉਹਦੀ ਰਹਿਮਤ ਤੇ ਰੱਖਣੀ ਹੈ। ਆਪਣੀ ਮਿਹਨਤ ਦਾ ਹੰਕਾਰ ਨਹੀਂ ਪਾਲਣਾ ਅੰਦਰ। ਆਏ ਨਾ ਸਕਾਂ ਤੁਝ ਕਨ ਪਿਆਰੇ। ਤੇਰੇ ਵੱਲ ਉਸ ਅਵਸਥਾ ਵਿੱਚ ਮੇਰੀ ਤੇ ਨਹੀਂ ਪਹੁੰਚ, ਮੇਰੀ ਤੇ ਨਹੀਂ ਪਾਇਆ ਕਿ ਮੈਂ ਆ ਸਕਾਂ। ਤੇ ਦੂਜੀ ਇੱਕ ਹੋਰ ਮਜਬੂਰੀ ਹੈ, ਭੇਜ ਨਾ ਸਕਾਂ ਕੋਏ। ਮੈਂ ਕਿਸੇ ਆਪਣੇ ਸੰਗੀ ਸਾਥੀ ਨੂੰ ਵੀ ਨਹੀਂ ਭੇਜ ਸਕਦਾ ਕਿ ਜਾ ਮੇਰੇ ਪਿਆਰੇ ਨੂੰ ਆਖ ਮੈਨੂੰ ਮੁੜ ਦਰਸ਼ਨ ਦੇਵੇ। ਮੇਰੇ ਤੋਂ ਰਿਹਾ ਨਹੀਂ ਜਾਂਦਾ, ਮੇਰੇ ਅੰਦਰ ਵੈਰਾਗ ਪੈਦਾ ਹੋ ਗਿਆ। ਸੋ ਪਹਿਲੀ ਪੰਕਤੀ ਵਿੱਚ ਵੈਰਾਗ ਦੀ ਗੱਲ ਗੁਰੂ ਜੀ ਨੇ ਸਾਨੂੰ ਸਮਝਾਈ, ਜੋ ਕਿ ਜੇ ਅਸੀਂ ਜਗਿਆਸੂ ਹਾਂ ਤਾਂ ਸਾਡੇ ਅੰਦਰ ਵੈਰਾਗ ਪੈਦਾ ਹੋਣਾ ਚਾਹੀਦਾ ਹੈ। ਜੇ ਨਹੀਂ ਆ ਫਿਰ ਤੇ ਠੀਕ ਹੀ ਆਏ ਹਾਂ, ਮੱਥਾ ਟੇਕਿਆ, ਚੰਗੀਆਂ ਗੱਲਾਂ ਨੇ, ਚੰਗਾ ਕਰਨੇ ਆ ਪਏ ਆਪਾਂ, ਪਰ ਆਪਾਂ ਇੱਥੇ ਰੁਕਣਾ ਨਹੀਂ। ਮੈਂ ਤਾਂ ਹੀ ਤੁਹਾਨੂੰ ਬੇਨਤੀ ਕੀਤੀ ਸੀ ਕਿ ਸਾਡੇ ਅੰਦਰ ਸਵਾਲ ਪੈਦਾ ਹੋਣੇ ਚਾਹੀਦੇ ਨੇ ਕਿ ਅਸੀਂ ਕਿੱਥੇ ਕਰਕੇ ਰੁਕੇ ਹੋਏ ਹਾਂ ਤੇ ਕਿਉਂ ਰੁਕੇ ਹਾਂ। ਇਸ ਤੋਂ ਅੱਗੇ ਕਿਵੇਂ ਤੁਰਾਂਗੇ? ਕੌਣ ਤੋਰੇਗਾ ਸਾਨੂੰ ਇਸ ਤੋਂ ਅੱਗੇ? ਭੇਜ ਨਾ ਸਕਾਂ ਕੋਏ। ਮੈਂ ਕਿਸੇ ਆਪਣੇ ਸੰਗੀ ਸਾਥੀ ਨੂੰ ਵੀ ਤੇਰੇ ਤੱਕ ਉਹਨੂੰ ਭੇਜ ਨਹੀਂ ਸਕਦਾ ਕਿ ਤੈਨੂੰ ਉਹ ਆ ਕੇ ਆਖੇ ਕਿ ਹੇ ਪਰਮਾਤਮਾ ਹੁਣ ਆ ਕੇ ਜਗਿਆਸੂ ਨੂੰ ਦਰਸ਼ਨ ਦੇ। ਇਸ ਦੂਜੀ ਪੰਕਤੀ ਵਿੱਚ ਆਪਣੀ ਮਜਬੂਰੀ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਰੱਖੀ ਏ। ਇਹ ਮਜਬੂਰੀ ਅਸਲ ਵਿੱਚ ਜਗਿਆਸੂ ਦੀ ਹੁੰਦੀ ਏ। ਉਹਦੇ ਕੋਲ ਸਿਵਾਏ ਰੋਣ ਕੁਰਲਾਣ ਦੇ, ਵਿਰਾਗ ਕਰਨ ਦੇ ਹੋਰ ਕੁਝ ਵੀ ਬਾਕੀ ਨਹੀਂ ਰਹਿ ਜਾਂਦਾ। ਤੀਸਰੀ ਪੰਕਤੀ ਵਿੱਚ ਫਿਰ ਨਾ ਇੱਕ ਤਰਲਾ ਏ, ਤੇ ਤਰਲਾ ਕਿਹਦੇ ਅੱਗੇ ਆ? ਆਓ ਸੁਭਾਗੀ ਨੀਂਦੜੀਏ। ਇਹ ਭਾਗਾਂ ਵਾਲੀ ਨੀਂਦ, ਜਿਸ ਨੀਂਦ ਵਿੱਚ ਮੈਂ ਪਹਿਲਾਂ ਆਪਣੇ ਪਿਆਰੇ ਦਾ ਦੀਦਾਰ ਕੀਤਾ ਸੀ, ਤੂੰ ਮੁੜ ਮੈਨੂੰ ਆ ਜਾ। ਕਿਉਂਕਿ ਫਿਰ ਨਾ ਨੀਂਦ ਆਉਂਦੀ ਨਹੀਂ ਹੁੰਦੀ। ਜਦੋਂ ਸੁਪਨਾ ਇਹੋ ਜਿਹਾ ਵਾਪਰ ਜਾਏ ਨਾ ਕੋਈ ਕਿ ਜਿਸ ਨੂੰ ਅਸੀਂ ਲੰਮੇ ਸਮੇਂ ਤੋਂ ਉਡੀਕਦੇ ਸਾਂ, ਜਿਹਦੇ ਦਰਸ਼ਨਾਂ ਦੀ ਜਗਿਆਸੂ ਦੇ ਮਨ ਵਿੱਚ ਚਾਹਨਾ ਬਣੀ ਹੋਈ ਸੀ, ਉਹਦੀ ਇੱਕ ਝਲਕ ਸੁਪਨੇ ਵਿੱਚ ਮਿਲ ਗਈ ਏ ਤੇ ਫਿਰ ਰਿਹਾ ਨਹੀਂ ਜਾਂਦਾ ਹੁੰਦਾ, ਫਿਰ ਨੀਂਦ ਨਹੀਂ ਆਉਂਦੀ ਹੁੰਦੀ। ਤੇ ਗੁਰੂ ਜੀ ਆਖਦੇ ਨੇ ਆਓ ਸੁਭਾਗੀ ਨੀਂਦੜੀਏ। ਭਾਗਾਂ ਵਾਲੀ ਇਹ ਨੀਂਦ, ਜਿਸ ਨੀਂਦ ਵਿੱਚ ਮੈਨੂੰ ਮੇਰੇ ਪਿਆਰੇ ਦਾ ਦਰਸ਼ਨ ਹੋਇਆ ਸੀ, ਇਹ ਭਾਗਾਂ ਵਾਲੀ ਨੀਂਦ ਤੂੰ ਦੁਬਾਰਾ ਮੈਨੂੰ ਕਿਉਂ ਨਹੀਂ ਆ ਜਾਂਦੀ? ਮਤ ਸ਼ਹੁ ਦੇਖਾਂ ਸੋਏ, ਮਤੇ ਮੈਂ ਫਿਰ ਸੌਂ ਕੇ ਹੀ ਉਹਦਾ ਦਰਸ਼ਨ ਕਰ ਲਵਾਂ। ਜਾਗਦਿਆਂ ਤੇ ਨਹੀਂ ਸੀ ਹੋ ਰਿਹਾ ਹੁਣ। ਇਹ ਜੀ ਜਗਿਆਸੂ ਦੀਆਂ ਅਵਸਥਾਵਾਂ ਨੇ ਜਿਹੜੀਆਂ ਗੁਰੂ ਮਹਾਰਾਜ ਨੇ ਸਾਨੂੰ ਇੱਕ ਸੁਪਨੇ ਦਾ ਅਲੰਕਾਰ ਲੈ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਨੂੰ ਜੇ ਆਪਾਂ ਸਮਝੀਏ ਤੇ ਆਪਾਂ ਹੁਣ ਨਾ ਅੱਗੇ ਤੁਰਨਾ ਹੈ।
ਅੱਗੇ ਕਿਸ ਪਾਸੇ ਨੂੰ ਤੁਰਨਾ ਹੈ, ਜੋ ਸਾਡੇ ਜੀਵਨ ਦਾ ਮਕਸਦ ਹੈ। ਇਹ ਸਾਰੇ ਦੁਨਿਆਵੀ ਧੰਦੇ ਤਾਂ ਕਰਨੇ ਹੀ ਨੇ, ਜਿਉਂਦੇ ਆ, ਖਾਣ ਪੀਣ ਚਾਹੀਦਾ, ਪਹਿਰਾਨ ਚਾਹੀਦਾ ਹੈ, ਪਰ ਇਹ ਸਭ ਮਕਸਦ ਨਹੀਂ ਹੈ ਸਾਡੇ ਜੀਵਨ ਦਾ। ਮਕਸਦ ਆ ਹੈ ਜਿਹੜਾ ਗੁਰੂ ਨਾਨਕ ਸਾਹਿਬ ਸਾਡੇ ਸਾਹਮਣੇ ਰੱਖਦੇ ਨੇ। ਸਾਡੇ ਅੰਦਰ ਪਹਿਲਾਂ ਵਿਰਾਗ ਪੈਦਾ ਹੋਵੇ, ਫਿਰ ਸਾਡੇ ਅੰਦਰ ਉਹ ਇੱਕ ਮਜਬੂਰੀ ਪੈਦਾ ਹੋਵੇ, ਤੇ ਫਿਰ ਅਸੀਂ ਇੱਕ ਤਰਲਾ ਲਈਏ। ਸੋ ਜਦੋਂ ਅਸੀਂ ਤਰਲਾ ਲਵਾਂਗੇ ਤੇ ਫਿਰ ਜ਼ਰੂਰ ਪ੍ਰਮਾਤਮਾ ਉਸ ਤਰਲੇ ਤੇ ਗੌਰ ਫਰਮਾਉਂਦੇ ਨੇ, ਤੇ ਉਹ ਜਗਿਆਸੂ ਦੀ ਭਾਵਨਾ ਨੂੰ ਸਮਝ ਕੇ ਫਿਰ ਸੁਪਨੇ 'ਚ ਹੀ ਕਿਉਂ, ਫਿਰ ਤੇ ਉਹ ਪ੍ਰਤੱਖ ਵੀ ਦਰਸ਼ਨ ਦੇਣ ਨੂੰ ਧਾ ਕੇ ਆ ਜਾਂਦੇ ਨੇ, ਭੱਜ ਕੇ ਆ ਜਾਂਦੇ ਨੇ। ਆਓ ਹੁਣ ਅਸੀਂ ਇਹ ਗੁਰੂ ਨਾਨਕ ਸਾਹਿਬ ਦਾ ਬਚਨ ਆਪਾਂ ਸਮਝ ਲਿਆ, ਤੇ ਇਹਦੇ ਤੋਂ ਆਪਾਂ ਕੁਝ ਸਿੱਖਿਆ ਲੈਣੀ ਹੈ, ਨਾ ਕਿ ਮੈਂ ਕਹਿ ਕੇ ਚਲਾ ਜਾਵਾਂ, ਤੁਸੀਂ ਸੁਣ ਕੇ ਚਲੇ ਜਾਓ। ਇੱਥੇ ਗੱਲ ਨਹੀਂ ਰੁਕਣੀ ਚਾਹੀਦੀ, ਆਪਾਂ ਅੱਗੇ ਤੁਰਨਾ ਹੈ। ਹੁਣ ਅੱਗੇ ਆਪਾਂ ਗੱਲ ਕਰਨੀ ਹੈ, ਪੰਜਵੇਂ ਪਾਤਸ਼ਾਹ ਮਹਾਰਾਜ ਵੀ ਸੁਪਨੇ ਦਾ ਅਲੰਕਾਰ ਲੈ ਕੇ ਸਾਨੂੰ ਕੁਝ ਸਮਝਾਉਣਾ ਚਾਹੁੰਦੇ ਨੇ। ਆਪਾਂ ਇਹ ਫੁਨਹ ਬਾਣੀ ਦੇ ਬਾਰੇ ਥੋੜ੍ਹਾ ਜਿਹਾ ਪਿਛਲੀ ਕਥਾ ਵਿੱਚ ਸਮਝ ਲਿਆ ਸੀ। ਆਓ ਹੁਣ ਅਸੀਂ ਸੁਪਨੇ ਦੀ ਗੱਲ ਜੋ ਗੁਰੂ ਸਾਹਿਬ ਨੇ ਕੀਤੀ ਉਹਦੀ ਕਰਦੇ ਹਾਂ। ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਸੁਪਨੇ ਉੱਭੀ ਪਈ। ਜਦੋਂ ਇਹੋ ਜਿਹਾ ਸੁਪਨਾ ਆਉਂਦਾ ਨਾ ਤੇ ਬੰਦਾ ਉੱਭੜਵਾਏ ਉੱਠ ਪੈਂਦਾ ਹੈ। ਉਹਦੇ ਵੱਸ ਦੀ ਗੱਲ ਨਹੀਂ ਹੁੰਦੀ। ਚਾਹ ਤੇ ਰਿਹਾ ਹੁੰਦਾ ਹੈ ਕਿ ਮੈਨੂੰ ਇਹ ਜਾਗ ਕਦੇ ਵੀ ਨਾ ਹੁਣ ਆਵੇ, ਮੈਂ ਸੁਪਨੇ ਵਿੱਚ ਹੀ ਟਿਕਿਆ ਰਵਾਂ। ਚਾਹਨਾ ਤੇ ਇਹ ਹੁੰਦੀ ਏ, ਲੇਕਿਨ ਇਹੋ ਜਿਹੇ ਸੁਪਨੇ 'ਚੋਂ ਜਾਗ ਬੜੀ ਛੇਤੀ ਆਉਂਦੀ ਹੈ। ਇੱਕਦਮ ਬੰਦਾ ਜਾਗ ਪੈਂਦਾ ਹੈ। ਸੁਪਨੇ ਉੱਭੀ ਪਈ। ਉੱਭੀ ਦਾ ਮਤਲਬ ਹੁੰਦਾ ਉੱਠ ਪੈਣਾ, ਖੜੇ ਹੋ ਜਾਣਾ। ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਨਾ, ਸੁਪਨੇ ਵਿੱਚ ਕਈ ਲੋਕੀ ਗੱਲਾਂ ਕਰਨ ਲੱਗ ਪੈਂਦੇ ਨੇ, ਸੁੱਤੇ ਸੁੱਤੇ ਹੀ ਗੱਲਾਂ ਕਰੀ ਜਾਂਦੇ ਨੇ। ਕਈ ਬੰਦੇ ਸੁਪਨੇ ਵਿੱਚ ਉੱਠ ਕੇ ਬਹਿ ਜਾਂਦੇ ਨੇ ਮੰਜੀ ਤੇ ਕਈ ਤੇ ਇੱਥੋਂ ਤੱਕ ਅਵਸਥਾ ਸੁਪਨੇ ਵਿੱਚ ਹੀ ਬਣ ਜਾਂਦੀ ਏ ਕਿ ਉਹ ਮੰਜੀ ਤੋਂ ਉੱਠ ਕੇ ਤੁਰ ਵੀ ਪੈਂਦੇ ਨੇ ਗੱਲਾਂ ਕਰਦੇ ਕਰਦੇ, ਸੁੱਤੇ ਸੁੱਤੇ ਹੀ। ਇਹ ਸੁਪਨੇ ਦੀਆਂ ਅਵਸਥਾਵਾਂ ਨੇ। ਜਦੋਂ ਬਹੁਤ ਗਹਿਰੇ ਸੁਪਨੇ ਵਿੱਚ ਆਪਾਂ ਇੱਕ ਤੇ ਗਹਿਰੀ ਨੀਂਦ ਹੈ ਨਾ, ਇੱਕ ਗਹਿਰਾ ਸੁਪਨਾ ਹੁੰਦਾ ਹੈ। ਜਦੋਂ ਆਪਾਂ ਉਹਦੇ ਵਿੱਚ ਚਲੇ ਜਾਂਦੇ ਆ ਤੇ ਉਦੋਂ ਇਹੋ ਜਿਹੀ ਹਾਲਤ ਬਣਦੀ ਹੈ ਕਿ ਗੱਲਾਂ ਵੀ ਮੁੱਖ ਚੋਂ ਨਿਕਲਦੀਆਂ ਨੇ। ਜਿਹਨੂੰ ਕਈ ਵਾਰੀ ਨਾ ਕਹਿੰਦੇ ਨੇ ਸੁਪਨੇ ਵਿੱਚ ਬਰੜਾ ਰਿਹਾ ਸੀ ਬੰਦਾ, ਉਹ ਹੈ ਗੱਲਾਂ ਨਿਕਲਣੀਆਂ ਸੁਪਨੇ ਵਿੱਚ। ਪਰ ਉਹ ਬੇਥਵੀਆਂ ਜਿਹੀਆਂ ਹੁੰਦੀਆਂ, ਉਹਨਾਂ 'ਚ ਕੋਈ ਸਮਝ ਨਹੀਂ ਆਉਂਦੀ ਹੁੰਦੀ ਕਿ ਕਹਿ ਕੀ ਰਿਹਾ ਹੈ। ਸੁਪਨੇ ਉੱਭੀ ਪਈ। ਸੁਪਨਾ ਚੱਲ ਰਿਹਾ ਸੀ ਦਰਸ਼ਨਾਂ ਵਾਲਾ ਪ੍ਰਭੂ ਦੇ। ਇੱਕਦਮ ਜਾਗ ਆ ਗਈ ਤੇ ਇੱਕ ਬਹੁਤ ਵੱਡਾ ਪਛਤਾਵਾ ਪੱਲੇ ਰਹਿ ਗਿਆ। ਪਛਤਾਵਾ ਕੀ ਏ? ਗਹਿਓ ਕੀ ਨਾ ਅੰਚਲਾ। ਮੈਂ ਉਹਦਾ ਘੁੱਟ ਕੇ ਪੱਲਾ ਕਿਉਂ ਨਾ ਫੜ ਲਿਆ? ਮੈਂ ਉਹਨੂੰ ਜਾਣ ਹੀ ਕਿਉਂ ਦਿੱਤਾ? ਉਹ ਮੇਰੇ ਹੱਥੋਂ ਨਿਕਲ ਹੀ ਕਿਉਂ ਗਿਆ? ਸੁਪਨੇ ਉੱਭੀ ਪਈ, ਗਹਿਓ ਕੀ ਨਾ ਅੰਚਲਾ। ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ। ਬੰਚਲਾ ਦਾ ਮਤਲਬ ਹੀ ਮੇਰਾ ਮਨ ਮੋਹਿਆ ਗਿਆ। ਮੈਂ ਪੱਲਾ ਕਿਉਂ ਨਾ ਫੜ ਸਕੀ ਉਹਦਾ, ਕਿਉਂਕਿ ਉਹਨੂੰ ਵੇਖ ਕੇ ਮੇਰਾ ਮਨ ਹੀ ਮੋਹਿਆ ਗਿਆ ਤੇ ਮੈਨੂੰ ਯਾਦ ਹੀ ਨਹੀਂ ਰਿਹਾ ਕਿ ਇਹਦਾ ਪੱਲਾ ਘੁੱਟ ਕੇ ਫੜ ਲਵਾਂ, ਇਹਨੂੰ ਨਾ ਜਾਣਦਿਆਂ। ਉਸ ਪਾਸੇ ਧਿਆਨ ਹੀ ਨਹੀਂ ਮੇਰਾ ਗਿਆ, ਕਿਉਂਕਿ ਸੁੰਦਰ ਪੁਰਖ ਬਿਰਾਜਤ ਮੇਰੇ ਸੁਪਨੇ ਦੇ ਅੰਦਰ ਉਹ ਅਤੀ ਮਹਾਨ ਸੁੰਦਰ ਪੁਰਸ਼ ਜੋ ਸਾਰਿਆਂ ਵਿੱਚ ਵਿਆਪਕ ਹੋ ਰਿਹਾ ਹੈ, ਉਹ ਮੇਰੇ ਸਾਹਮਣੇ ਤਖਤ ਉੱਤੇ ਬਿਰਾਜਮਾਨ ਸੀ। ਉਹਦਾ ਦਰਸ਼ਨ ਕਰਕੇ ਮੇਰਾ ਮਨ ਹੀ ਮੋਹਿਆ ਗਿਆ। ਐਸਾ ਮੋਹਿਆ ਗਿਆ, ਮੈਨੂੰ ਯਾਦ ਹੀ ਨਹੀਂ ਰਿਹਾ, ਮੇਰੇ ਧਿਆਨ 'ਚ ਹੀ ਇਹ ਗੱਲ ਨਹੀਂ ਆਈ ਕਿ ਜਦੋਂ ਅੱਖ ਖੁੱਲ੍ਹਣੀ ਇਹਨੇ ਚਲੇ ਜਾਣਾ ਹੈ। ਮੈਂ ਇਹਦਾ ਪੱਲਾ ਹੀ ਫੜ ਲੈਂਦੀ, ਪਰ ਉਹ ਗੱਲ ਧਿਆਨ 'ਚ ਹੀ ਨਾ ਆਈ। ਇਹ ਵੀ ਜਗਿਆਸੂ ਦੀ ਅਵਸਥਾ ਹੈ ਜੀ। ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਇਹ ਗੱਲ ਵੀ ਸਮਝਾਉਣਾ ਚਾਹੁੰਦੇ ਨੇ ਕਿ ਦੇਖੋ, ਜੇ ਤੁਸੀਂ ਸੱਚਮੁੱਚ ਕਿਸੇ ਇਸ ਪਰਮਾਰਥ ਦੇ ਰਸਤੇ 'ਤੇ ਤੁਰਨਾ ਹੈ ਤੇ ਇਹੋ ਜਿਹੀਆਂ ਚੀਜ਼ਾਂ ਤੁਹਾਡੇ ਨਾਲ ਵਾਪਰਨੀਆਂ ਨੇ। ਇਹ ਨਿਸ਼ਾਨੀਆਂ ਨੇ ਜੀ ਅਸਲ ਵਿੱਚ ਪਰਮਾਰਥ ਦੇ ਰਾਹ ਦੀਆਂ। ਜਿਵੇਂ ਇੱਕ ਮਾਇਆ ਧਾਰੀ ਮਨੁੱਖ ਨੂੰ ਰਾਤ ਨੂੰ ਮਾਇਆ ਦਾ ਸੁਪਨਾ ਆਉਂਦਾ,
ਤੇ ਸੁਪਨੇ ਵਿੱਚ ਉਹ ਕੀ ਵੇਖਦਾ ਹੈ ਕਿ ਇੱਕ ਮਾਇਆ ਦਾ ਬਹੁਤ ਵੱਡਾ ਢੇਰ ਲੱਗਾ ਪਿਆ ਤੇ ਉਹ ਭੱਜ ਕੇ ਉਸ ਢੇਰ ਵੱਲ ਜਾਂਦਾ ਵੀ ਮੈਂ ਮਾਇਆ ਫੜ ਲਵਾਂ। ਇੱਕ ਵਾਵਰੋਲਾ ਆਉਂਦਾ, ਜ਼ੋਰ ਕੇ ਹਵਾ ਦਾ, ਹਨੇਰੀ ਦਾ ਬੁੱਲਾ ਆਉਂਦਾ ਹੈ, ਉਹ ਸਾਰੀ ਮਾਇਆ ਉੱਡ ਜਾਂਦੀ ਹੈ। ਉਹ ਪਿੱਛੇ ਭੱਜਦਾ, ਮਾਇਆ ਫੜੀ ਨਹੀਂ ਜਾਂਦੀ। ਅਸਲ 'ਚ ਸਾਡਾ ਸਭਨਾਂ ਦਾ ਇਹੋ ਹੀ ਹਾਲ ਹੈ। ਅਸੀਂ ਉਹ ਮਾਇਆ ਦਾ ਢੇਰ ਵੇਖਨੇ ਆ ਪਏ ਡਾਲਰਾਂ ਦਾ, ਉਹਦੇ ਪਿੱਛੇ ਹੀ ਸਾਰੇ ਦੌੜ ਰਹੇ ਹਾਂ। ਆਪਾਂ ਹੋਰ ਕੀ ਕਰਨੇ ਆ ਪਏ, ਭੱਜੇ ਜਾ ਰਹੇ ਹਾਂ ਉਹਦੇ ਪਿੱਛੇ, ਉਹ ਹੱਥ ਨਹੀਂ ਆ ਰਹੀ। ਅਗਲੀ ਰਾਤ ਫਿਰ ਉਹੀ ਸੁਪਨਾ ਆਇਆ, ਅਗਲੀ ਰਾਤ ਫਿਰ ਉਹੀ ਸੁਪਨਾ ਆਇਆ। ਬੜਾ ਪਰੇਸ਼ਾਨ ਹੋਇਆ ਵੀ ਮਾਇਆ ਹੱਥ 'ਚ ਕਿਉਂ ਨਹੀਂ ਆਉਂਦੀ। ਸਾਨੂੰ ਰੋਜ਼ ਇਹੋ ਹੀ ਸੁਪਨੇ ਆ ਰਹੇ ਨੇ ਜਾਗਰਤ ਅਵਸਥਾ ਵਿੱਚ। ਇਹ ਸਾਡੇ ਜਾਗਦਿਆਂ ਦੇ ਸੁਪਨੇ ਨੇ। ਇੱਕ ਮਹਾਂਪੁਰਸ਼ ਕੋਲ ਚਲਾ ਗਿਆ ਕਿ ਮਹਾਰਾਜ ਜੀ ਮੈਨੂੰ ਰਾਤ ਨੂੰ ਸੁਪਨਾ ਆਉਂਦਾ ਹੈ, ਮੈਂ ਉਸ ਸੁਪਨੇ ਤੋਂ ਬੜਾ ਤੰਗ ਤੇ ਪਰੇਸ਼ਾਨ ਹੋ ਗਿਆ, ਕੋਈ ਉਪਾਅ ਦੱਸੋ। ਉਹ ਮਹਾਂਪੁਰਸ਼ ਪੁੱਛਦੇ ਨੇ ਸੁਪਨਾ ਤੈਨੂੰ ਕੀ ਆਉਂਦਾ ਹੈ? ਕਹਿੰਦਾ ਸੁਪਨਾ ਕਾਹਦਾ ਆਉਂਦਾ, ਇੱਕ ਮਾਇਆ ਦਾ ਢੇਰ ਲੱਗਾ ਹੁੰਦਾ ਹੈ। ਜਦੋਂ ਮੈਂ ਲਾਗੇ ਜਾਣਾ ਹਨੇਰੀ ਦਾ ਬੁੱਲਾ ਆਉਂਦਾ, ਉਹ ਮਾਇਆ ਉੱਡ ਜਾਂਦੀ, ਮੇਰੇ ਹੱਥ ਨਹੀਂ ਆਉਂਦੀ। ਤੇ ਉਹ ਮਹਾਂਪੁਰਸ਼ ਕਹਿੰਦੇ ਨੇ ਕੋਈ ਨਹੀਂ, ਆਪਾਂ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ, ਤੈਨੂੰ ਸੁਪਨਾ ਇਸ ਤੋਂ ਬਾਅਦ ਨਹੀਂ ਆਏਗਾ। ਉਹ ਆਂਦਾ ਨਹੀਂ ਨਹੀਂ, ਇਹ ਨਾ ਕਰਿਆ ਜੇ, ਸੁਪਨਾ ਨਾ ਆਵੇ ਇਹ ਅਰਦਾਸ ਨਾ ਕਰਿਆ ਜੇ, ਇਹ ਅਰਦਾਸ ਕਰੋ ਹਨੇਰੀ ਦਾ ਬੁੱਲਾ ਨਾ ਆਵੇ। ਇਹ ਮਾਇਆ ਧਾਰੀਆਂ ਦਾ ਸੁਪਨਾ ਇਹ ਹੈ। ਜਗਿਆਸੂਆਂ ਦਾ ਆਹ ਸੁਪਨਾ ਜੋ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਵਿਖਾ ਰਹੇ ਨੇ। ਜਗਿਆਸੂ ਦਾ ਸੁਪਨਾ ਹੈ ਕਿ ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ। ਜਦੋਂ ਮੈਂ ਉਸ ਸੋਹਣੇ ਪਰਮੇਸ਼ਵਰ ਦਾ ਦਰਸ਼ਨ ਕੀਤਾ ਜਿਹੜਾ ਮੇਰੀ ਉਸ ਸੁਰਤ ਮੰਡਲ ਵਿੱਚ ਇੱਕ ਤਖਤ ਉੱਤੇ ਬਿਰਾਜਮਾਨ ਸੀ, ਬਸ ਉਹਦਾ ਦਰਸ਼ਨ ਕਰਕੇ ਮਨ ਮੋਹਿਆ ਗਿਆ ਤੇ ਉਹਦਾ ਪੱਲਾ ਫੜਨਾ ਮੇਰੇ ਧਿਆਨ ਵਿੱਚ ਹੀ ਨਾ ਰਿਹਾ। ਅੱਗੇ ਆਖਦੇ ਨੇ ਹੁਣ ਕੀ ਕਰਦੀ ਹਾਂ ਮੈਂ, ਖੋਜੋਂ ਤਾਕੇ ਚਰਨ ਕਹੋ ਕਤ ਪਾਈਐ। ਹੁਣ ਮੈਂ ਖੋਜ ਕਰਦੀ ਹਾਂ। ਇੱਥੋਂ ਪ੍ਰਸ਼ਨ ਜੀ ਪੈਦਾ ਹੁੰਦੇ ਨੇ, ਕਾਹਦੀ ਖੋਜ ਕਰਦੀ ਹੈ ਹੁਣ ਤੂੰ? ਖੋਜੋਂ ਤਾਕੇ ਚਰਨ, ਕੀ ਰੱਬ ਦੇ ਚਰਨ ਹੈਗੇ ਨੇ ਜਿਨ੍ਹਾਂ ਦੀ ਹੁਣ ਮੈਂ ਖੋਜ ਪਈ ਕਰਦੀ ਹਾਂ? ਪਰ ਸੁਪਨੇ ਵਿੱਚ ਚਰਨ ਸਨ। ਸੁਪਨੇ ਵਿੱਚ ਉਹ ਪ੍ਰਤੱਖ ਬੈਠਾ ਹੋਇਆ ਨਜ਼ਰ ਆ ਰਿਹਾ ਸੀ। ਸੁਪਨੇ ਵਿੱਚ ਉਹਦੇ ਚਿਹਰੇ ਦਾ ਰੰਗ ਰੂਪ ਨਜ਼ਰ ਆ ਰਿਹਾ ਸੀ। ਹਰ ਚੀਜ਼ ਦਿਸ ਰਹੀ ਸੀ। ਬਸ ਕੁਝ ਇਹੋ ਹੀ ਨੇ ਜੀ ਰਹੱਸ ਜ਼ਿੰਦਗੀ ਦੇ ਤੇ ਪ੍ਰਭੂ ਦੇ, ਜਿਨ੍ਹਾਂ ਰਹੱਸ ਨੂੰ ਅਸੀਂ ਸਮਝਣਾ ਹੈ, ਜਿਨ੍ਹਾਂ ਨੂੰ ਪਹਿਚਾਨਣਾ ਹੈ। ਤੇ ਫਿਰ ਜਦੋਂ ਅਸੀਂ ਭਗਤੀ ਕਰਾਂਗੇ, ਨਾਮ ਸਿਮਰਨ ਕਰਾਂਗੇ, ਇਹ ਰਹੱਸ ਖੁੱਲ੍ਹ ਜਾਣਗੇ। ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਜੀ ਮੈਂ ਆਪਣੇ ਕੋਲੋਂ ਨਹੀਂ ਇਹ ਕਹਿੰਦਾ ਕਿ ਰਹੱਸ ਖੁੱਲ੍ਹ ਜਾਣੇ ਨੇ। ਗੁਰੂ ਨਾਨਕ ਸਾਹਿਬ ਨੇ ਆਖਿਆ ਸੁਣਿਆ ਜੋਗ ਜੁਗਤ ਤਨ ਭੇਦ। ਇਹ ਜਿਹੜਾ ਤਨ ਅੰਦਰ ਭੇਦ ਬਣਿਆ ਹੋਇਆ ਨਾ ਕਿ ਰੱਬ ਅੰਦਰ ਰਹਿੰਦਾ ਤੇ ਉਹ ਕਿੱਥੇ ਆ, ਇਹ ਭੇਦ ਖੁੱਲ੍ਹ ਜਾਏਗਾ, ਖੁੱਲ੍ਹੇਗਾ ਸੁਣਨ ਨਾਲ। ਤੇ ਸੁਣਨਾ ਕਿਹਨੂੰ ਹੈ? ਸੁਣਨਾ ਹੈ ਨਾਮ। ਨਾਮ ਨੂੰ ਸੁਣਨ ਨਾਲ ਭੇਦ ਖੁੱਲ੍ਹਣੇ ਨੇ, ਗੱਲਾਂ ਨੂੰ ਸੁਣਨ ਨਾਲ ਭੇਦ ਨਹੀਂ ਜੇ ਖੁੱਲ੍ਹਦੇ ਹੁੰਦੇ। ਆਪਾਂ ਹੁਣ ਸੁਣ ਕੇ ਚਲੇ ਜਾਈਏ ਤੇ ਇਹੋ ਜਿਹੇ ਸੁਪਨੇ ਆਪਾਂ ਨੂੰ ਤੇ ਕੋਈ ਨਹੀਂ ਨਾ ਆਉਣ ਲੱਗੇ। ਆਪਾਂ ਨੂੰ ਤੇ ਮਾਇਆ ਦੇ ਹੀ ਆਉਣੇ ਨੇ ਜਾਂ ਹੋਰ ਵਿਕਾਰਾਂ ਦੇ ਆਉਣੇ ਨੇ। ਲੇਕਿਨ ਜਦੋਂ ਅਸੀਂ ਭਗਤੀ ਦੇ ਰਾਹ 'ਤੇ ਤੁਰਾਂਗੇ ਤੇ ਫਿਰ ਉਹ ਦਿਨ ਦੂਰ ਨਹੀਂ ਜਦੋਂ ਆਹ ਸੁਪਨਾ ਸਾਨੂੰ ਵੀ ਆਏਗਾ। ਸੋ ਆਪਾਂ ਕੋਸ਼ਿਸ਼ ਜਾਰੀ ਰੱਖੀਏ। ਖੋਜੋਂ ਤਾਕੇ ਚਰਨ ਕਹੋ ਕਤ ਪਾਈਐ। ਐ ਮੇਰੀ ਸਖੀ ਸਹੇਲੀਓ, ਮੇਰੇ ਸਤ ਸੰਗੀਓ, ਤੁਸੀਂ ਮੈਨੂੰ ਦੱਸੋ ਮੈਂ ਉਹਨੂੰ ਹੁਣ ਕਿਵੇਂ ਪ੍ਰਾਪਤ ਕਰ ਲਵਾਂ ਜਿਹੜਾ ਸੁਪਨੇ 'ਚ ਵੇਖਿਆ ਮੈਂ। ਹਰ ਹਾਂ ਆਹ ਸੀ ਸ਼ਬਦ ਜਿਹੜਾ ਮੁੜ ਮੁੜ ਕੇ ਆਇਆ ਇਸ ਬਾਣੀ ਵਿੱਚ, ਜਿਹਦੇ ਕਰਕੇ ਇਹਦਾ ਨਾਂ ਫੁਨ ਹੈ ਰੱਖਿਆ ਗਿਆ। ਸੋਈ ਜਤਨ ਬਤਾਏ ਸਖੀ ਪ੍ਰਿਉ ਪਾਈਐ। ਹੇ ਮੇਰੀ ਸਖੀ, ਹੇ ਮੇਰੀ ਸਹੇਲੀਓ, ਮੈਨੂੰ ਉਹ ਯਤਨ ਦੱਸੋ ਜਿਹਦੇ ਨਾਲ ਉਸ ਪਿਆਰੇ ਪ੍ਰਭੂ ਨੂੰ ਪ੍ਰਾਪਤ ਕਰ ਲਈਦਾ ਹੈ। ਉਹ ਉਦਮ ਦੀ ਮੈਨੂੰ ਗੱਲ ਦੱਸੋ, ਮੈਂ ਉਦਮ ਕਰਨ ਲਈ ਹੁਣ ਤਿਆਰ ਹਾਂ। ਜੇ ਤੁਸੀਂ ਵੀ, ਤੁਹਾਡੇ 'ਚੋਂ ਵੀ ਕੋਈ ਤਿਆਰ ਹੈ ਤੇ ਕਿਸੇ ਮਹਾਂਪੁਰਸ਼ ਨੂੰ ਜ਼ਰੂਰ ਪੁੱਛਣਾ। ਗੁਰੂ ਨਾਨਕ ਸਾਹਿਬ ਨੂੰ ਪੁੱਛਣਾ ਉਹਦੀ ਬਾਣੀ ਪੜ੍ਹ ਕੇ,
ਗੁਰੂ ਅਰਜਨ ਮਹਾਰਾਜ ਜੀ ਨੂੰ ਪੁੱਛਣਾ ਉਹਨਾਂ ਦੀ ਬਾਣੀ ਪੜ੍ਹ ਕੇ ਕਿ ਅਸੀਂ ਕਿਵੇਂ ਪਾਈਏ ਰੱਬ ਜੀ ਨੂੰ। ਜੇ ਅੰਦਰ ਅਭਿਲਾਸ਼ਾ ਉੱਠੇ ਤਾਂ, ਜੇ ਨਾ ਉੱਠੇ ਫਿਰ ਠੀਕ ਹੀ ਏ। ਹਰ ਹਾਂ ਸੋਈ ਜਤਨ ਬਤਾਏ, ਸਖੀ ਰਿਓ ਪਾਈਏ। ਇਹ ਯਤਨ ਆਪਾਂ ਪੁੱਛਣਾ ਆਪਣੇ ਗੁਰੂ ਨੂੰ। ਗੁਰੂ ਮਹਾਰਾਜ ਸਾਨੂੰ ਦੱਸਣਗੇ ਕਿ ਤੁਸੀਂ ਭਗਤੀ ਭਾਵ ਅੰਦਰ ਪੈਦਾ ਕਰੋ, ਚੰਗੇ ਕਰਮ ਕਮਾਓ। ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਉਸ ਮਾਲਕ ਦਾ ਦੀਦਾਰ ਸੁਪਨੇ ਵਿੱਚ ਹੀ ਨਹੀਂ ਸਗੋਂ ਪ੍ਰਤੱਖ ਤੌਰ ਤੇ ਕਰ ਲਵੋਗੇ। ਇੱਕ ਛੋਟਾ ਜਿਹਾ ਬਚਨ ਭਾਈ ਵੀਰ ਸਿੰਘ ਦਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ। ਉਹਨਾਂ ਨੂੰ ਵੀ ਇੱਕ ਸੁਪਨਾ ਆਇਆ ਸੀ। ਉਹਨਾਂ ਦੀ ਇੱਕ ਕਵਿਤਾ ਹੈ ਜੀ, ਕੰਬ ਦੀ ਕਲਾਈ, ਕੰਬ ਦੀ ਕਲਾਈ। ਉਹ ਕਵਿਤਾ ਲੰਬੀ ਚੌੜੀ, ਉਹਦੀਆਂ 2 ਪੰਕਤੀਆਂ ਨੇ ਪਹਿਲੀਆਂ। ਉਹਨਾਂ 'ਚ ਉਹਨਾਂ ਨੇ ਲਿਖਿਆ ਹੈ ਕਿ ਮੈਨੂੰ ਵੀ ਇੱਕ ਸੁਪਨਾ ਆਇਆ ਸੀ ਅਤੇ ਉਸ ਸੁਪਨੇ ਵਿੱਚ ਮੈਂ ਵੇਖਿਆ ਸੀ ਕਿ ਪਰਮੇਸ਼ਵਰ ਮੇਰੇ ਸਾਹਮਣੇ ਖਲੋਤਾ ਸੀ ਅਤੇ ਮੈਂ ਭੱਜ ਕੇ ਉਹਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਭਾਈ ਸਾਹਿਬ ਲਿਖਦੇ ਨੇ, ਸੁਪਨੇ ਵਿੱਚ ਤੁਸੀਂ ਮਿਲੇ ਅਸਾਂ ਨੂੰ, ਅਸਾਂ ਧਾ ਗਲਵੱਕੜੀ ਪਾਈ। ਜਦੋਂ ਗਲਵੱਕੜੀ ਪਾਈ ਤੇ ਹੋਇਆ ਕਿ ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਤੁਸੀਂ ਨਿਰਾ ਨੂਰ ਸੀ। ਭਾਈ ਵੀਰ ਸਿੰਘ ਨੂੰ ਪੜ੍ਹਨਾ ਜੀ ਤੁਸੀਂ, ਉਹਨਾਂ ਦਾ ਕਲਗੀਧਰ ਚਮਤਕਾਰ, ਉਹਦੇ ਵਿੱਚ ਇਸ ਨੂਰ ਦੀ ਬੜੀ ਗੱਲ ਉਹਨਾਂ ਨੇ ਕੀਤੀ ਹੈ। ਅਤੇ ਗੁਰੂ ਵੀ ਨੂਰ ਹੀ ਹੁੰਦਾ, ਸਾਨੂੰ ਸਰੀਰ ਦਿਸ ਰਿਹਾ ਹੁੰਦਾ ਹੈ ਕਿਉਂਕਿ ਸਾਡੀਆਂ ਅੱਖਾਂ 'ਤੇ ਨਾ ਅਜੇ ਅਗਿਆਨਤਾ ਦਾ ਪਰਦਾ ਹੈ। ਉਹ ਸਾਨੂੰ ਅਸਲੀਅਤ ਨਹੀਂ ਵੇਖਣ ਦਿੰਦਾ। ਉਹ ਪਰਦੇ ਦੇ ਕਾਰਨ ਅਸੀਂ ਸੱਚ ਨੂੰ ਨਹੀਂ ਵੇਖ ਪਾ ਰਹੇ। ਜਿੱਦਣ ਉਹ ਪਰਦਾ ਹਟੇਗਾ ਅਗਿਆਨਤਾ ਦਾ, ਗਿਆਨ ਦੀ ਐਨਕ ਲੱਗ ਜਾਏਗੀ, ਉਦਣ ਦੱਸੇਗਾ ਗੁਰੂ ਸਰੀਰ ਹੁੰਦਾ ਹੀ ਨਹੀਂ, ਗੁਰੂ ਨੂਰ ਹੀ ਹੁੰਦਾ ਹੈ। ਅਤੇ ਨੂਰ ਉਹ ਹੁੰਦਾ ਹੈ, ਏਕ ਨੂਰ ਤੇ ਸਭ ਜਗ ਉਪਜਿਆ। ਜਿਸ ਨੂਰ ਤੋਂ ਅਸੀਂ ਸਾਰੇ ਹੀ ਪੈਦਾ ਹੋਏ ਹਾਂ, ਅਤੇ ਉਹ ਨੂਰ ਫਿਰ ਇਕੱਲੇ ਗੁਰੂ 'ਚੋਂ ਨਹੀਂ ਦਿਸਦਾ, ਉਹ ਸਾਰਿਆਂ 'ਚੋਂ ਹੀ ਦਿਸਣ ਲੱਗ ਪੈਂਦਾ। ਉਹ ਨੂਰ ਗੁਰੂ ਹੁੰਦਾ ਹੈ, ਉਹਦੇ ਵਿੱਚੋਂ ਹੀ ਆਪਾਂ ਸਾਰੇ ਪੈਦਾ ਹੋਏ ਹਾਂ ਅਤੇ ਅਖੀਰ ਆਪਾਂ ਉਹਦੇ ਵਿੱਚ ਹੀ ਚਲੇ ਜਾਣਾ ਇੱਕ ਦਿਨ। ਇਹ ਸਾਰੇ ਪਲੈਨਟ, ਸਭ ਧਰਤੀਆਂ, ਸਭ ਚੰਦ ਸਿਤਾਰੇ, ਸਭ ਸੂਰਜ ਚੰਦਰਮਾ ਉਹਦੇ ਵਿੱਚ ਹੀ ਜਾ ਕੇ ਸਮਾ ਜਾਂਦੇ ਨੇ ਅਤੇ ਆਪਾਂ ਸਭਨਾਂ ਨੇ ਚਲੇ ਜਾਣਾ ਹੈ। ਪਰ ਉਹ ਦਿਨ ਪਤਾ ਨਹੀਂ ਕਦੋਂ ਆਏਗਾ। ਹੁਣ ਸਾਨੂੰ ਉਹਨੇ ਮੌਕਾ ਦਿੱਤਾ ਹੈ ਕਿ ਤੁਸੀਂ ਉਸ ਦਿਨ ਦੀ ਉਡੀਕ ਨਾ ਕਰਿਓ ਜਦੋਂ ਇਹ ਪੂਰੀ ਧਰਤੀ ਮੇਰੇ ਵਿੱਚ ਆ ਕੇ ਸਮਾ ਜਾਣੀ ਹੈ। ਤੁਸੀਂ ਹੁਣੇ ਹੀ ਆ ਸਕਦੇ ਹੋ ਮੇਰੇ ਕੋਲ ਅਤੇ ਹੁਣੇ ਹੀ ਤੁਸੀਂ ਮੇਰੇ ਵਿੱਚ ਸਮਾ ਸਕਦੇ ਹੋ। ਉਸ ਨੂਰ ਦੀ ਗੱਲ ਕੀਤੀ ਭਾਈ ਵੀਰ ਸਿੰਘ ਨੇ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਸਾਡਾ ਸਰੀਰ ਵੀ ਕੰਬਦਾ ਰਿਹਾ, ਸਾਡਾ ਹਿਰਦਾ ਵੀ ਕੰਬਦਾ ਰਿਹਾ, ਸਾਡੀਆਂ ਬਾਹਾਂ ਵੀ ਕੰਬਦੀਆਂ ਰਹੀਆਂ। ਜਦੋਂ ਜਾਗ ਆਉਂਦੀ ਹੈ ਜੀ ਫਿਰ ਇਹੋ ਹੀ ਹਾਲਤ ਹੁੰਦੀ ਹੈ ਜਗਿਆਸੂ ਦੀ। ਸੋ ਅੱਜ ਦੇ ਵਿਚਾਰ ਮੈਂ ਇੱਥੇ ਸਮਾਪਤ ਕਰਦਾ ਜੀ, ਸਮਾਂ ਹੋ ਗਿਆ। ਹੁਣ ਆਪਾਂ ਨਾ ਇੱਕ ਬਚਨ, ਚਲੋ ਮੈਂ 1 ਮਿੰਟ ਦਾ ਹੋਰ ਤੁਹਾਡੇ ਨਾਲ ਸਾਂਝਾ ਕਰਦਾ। 5ਵੇਂ ਪਾਤਸ਼ਾਹ ਮਹਾਰਾਜ ਨੇ ਲਿਖਿਆ, ਜਿਸ ਕਾ ਜਾਸ ਸੁਣਤ ਭਵ ਤਰੀਐ। ਜਾਸ ਦਾ ਇੱਥੇ ਮਤਲਬ ਜੀ ਜਸ, ਸਿਫਤ ਸਲਾਹ। ਜਿਸ ਪਰਮਾਤਮਾ ਦੀ ਸਿਫਤ ਸਲਾਹ ਸੁਣ ਕੇ ਭਵ ਸਾਗਰ ਤੋਂ ਪਾਰ ਹੋ ਜਾਈਦਾ ਹੈ, ਤਾਂ ਸਿਓ ਰੰਗ ਨਾ ਲਾਵਸ ਰੇ। ਰੰਗ ਦਾ ਇੱਥੇ ਮਤਲਬ ਹੈ ਪਿਆਰ। ਇਹ ਮਨੁੱਖ ਉਹਦੇ ਨਾਲ ਤੇ ਪਿਆਰ ਹੀ ਨਹੀਂ ਕਰਦਾ। ਥੋੜੀ ਬਾਤ ਅਲਪ ਸੁਪਨੇ ਕੀ, ਬਹੁਰ ਬਹੁਰ ਅਟਕਾਵਸ ਰੇ। ਗੱਲ ਬੜੀ ਥੋੜੀ ਸੀ, ਗੱਲ ਤੇ 100 ਸਾਲਾਂ ਦੀ ਸੀ। ਇੰਨੀ ਕੀਤੇ ਸੀ ਆਪਣੇ 67-68 ਸਾਲ ਗੁਜ਼ਰ ਗਏ ਨੇ। ਇਉਂ ਹੀ ਲੱਗਦਾ ਇਹ 67-68 ਸਾਲ ਇੱਕ ਸੁਪਨਾ ਹੀ ਵੇਖਿਆ, ਜਿਵੇਂ ਕੁਝ ਮਿੰਟਾਂ ਵਿੱਚ ਹੀ ਬੀਤ ਗਿਆ ਹੋਵੇ। ਅਤੇ ਤੁਸੀਂ ਵੀ ਆਪਣੇ ਪਿਛਲੇ ਸਮੇਂ ਨੂੰ ਝਾਤੀ ਮਾਰ ਕੇ ਵੇਖ ਲਓ, ਤੁਹਾਨੂੰ ਵੀ ਇਸ ਤਰ੍ਹਾਂ ਹੀ ਲੱਗਣਾ ਵੀ ਇੱਕ ਜਿਵੇਂ ਸੁਪਨਾ ਵੇਖਿਆ ਸੀ ਰਾਤੀ ਪੂਰੀ ਜ਼ਿੰਦਗੀ। ਅਤੇ ਛੋਟੀ ਜਿਹੀ ਗੱਲ ਏ, ਜੇ ਛੋਟੀ ਜਿਹੀ ਗੱਲ ਕਰਕੇ ਅਸੀਂ ਮੁੜ ਕੇ ਇਹਦੇ ਵਿੱਚ ਹੀ ਅਟਕਦੇ ਜਾ ਰਹੇ ਹਾਂ। ਅਤੇ ਆਪਣਾ ਮਨੁੱਖਾ ਜੀਵਨ ਇੰਨਾ ਕੀਮਤੀ ਏ
ਜਿਹੜਾ ਅਸੀਂ ਭੰਗ ਦੇ ਪਹਾੜੇ ਗਵਾ ਕੇ ਇਸ ਸੰਸਾਰ ਤੋਂ ਫਿਰ ਚਲੇ ਜਾਣਾ ਹੈ। ਸੋ ਆਪਾਂ ਕੋਸ਼ਿਸ਼ ਕਰੀਏ ਜੀ ਕਿ ਸੁਪਨੇ ਵਿੱਚ ਨਾ ਉਲਝੇ ਰਹੀਏ, ਸੁਪਨੇ ਤੋਂ ਜਾਗੀਏ ਤੇ ਜਾਗਣਾ ਗੁਰੂ ਦੇ ਗਿਆਨ ਦੁਆਰਾ। ਜਾਗ ਕੇ ਆਪਣੇ ਅਸਲੇ ਨੂੰ ਸੰਭਾਲੀਏ, ਆਪਣੇ ਅਸਲੇ ਨਾਲ ਮਿਲੀਏ, ਤਾਂ ਜੋ ਸਾਡਾ ਇਹ ਮਨੁੱਖਾ ਜੀਵਨ ਜਿਹੜਾ ਹੈ ਇਹ ਸਫਲ ਹੋ ਸਕੇ। ਅਗਲੇ ਜਿਹੜੇ ਸਿਰਲੇਖ ਨੇ ਗੁਰਬਾਣੀ ਦੇ, ਚੌਬੋਲੇ, ਸਵਈਏ, ਇੱਕ ਸ਼ਲੋਕ ਹੈ ਝੋਲਣਾ, ਤੇ ਫਿਰ ਸ਼ਲੋਕ ਵਾਰਾਂ ਤੇ ਵਧੀਕ ਫਿਰ ਮੁੰਦਾਵਨੀ। ਇਹ ਥੋੜ੍ਹੇ ਸਿਰਲੇਖ ਰਹਿ ਗਏ ਨੇ, ਆਪਾਂ ਆਉਣ ਵਾਲੇ ਸਮੇਂ ਜਿੰਨੇ ਆਪਣੇ ਤੋਂ ਹੋ ਸਕੇ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ, ਤੇ ਫਿਰ ਆਪਾਂ ਵਾਪਸ ਆਵਾਂਗੇ ਆਪਣੀ ਉਸ ਵਿਚਾਰ ਤੇ ਜਿਹੜੀ ਆਪਾਂ ਲੜੀਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਕਰਦੇ ਆ ਰਹੇ ਸਾਂ। ਅੱਜ ਤੁਸੀਂ ਬੜੇ ਪਿਆਰ ਨਾਲ ਬੈਠ ਕੇ, ਸ਼ਾਂਤ ਚਿੱਤ ਬੈਠ ਕੇ ਅੱਜ ਦੇ ਵਿਚਾਰ ਨੂੰ ਸੁਣਿਆ ਹੈ। ਤੁਹਾਡਾ ਸਭਨਾਂ ਦਾ ਅਤੀ ਧੰਨਵਾਦੀ ਹਾਂ। ਮੇਰੇ ਪਾਸੋਂ ਹੋਈਆਂ ਭੁੱਲਾਂ ਗਲਤੀਆਂ ਖਿਮਾ ਕਰਨਾ। ਜੇ ਕੋਈ ਕੁਐਸਚਨ ਮਨ 'ਚ ਪੈਦਾ ਹੋਵੇ ਤੇ ਆਪਾਂ ਉਹਦੇ ਤੇ ਜ਼ਰੂਰ ਗੱਲਬਾਤ ਕਰਿਆ ਕਰੀਏ, ਤਾਂ ਜੋ ਆਪਾਂ ਅੱਗੇ ਵੱਧ ਸਕੀਏ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।